ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 468 ਤੇ ਹੇਠੋਂ 6 ਕੁ ਪੰਗਤੀਆਂ ਛੱਡ ਕੇ ਪੌੜੀ ਸ਼ਬਦ ਹੈ। ਪੌੜੀ। ਦਾਨ ਮਹਿੰਡਾ ਤਲੀ ਖਾਕ। ਮਹਿੰਡਾ ਤਾਂ ਮੈਨੂੰ ਯਾਦ ਆ ਗਿਆ, ਕਈ ਸਾਲਾਂ ਦੀ ਗੱਲ ਹੈ। ਮੈਂ ਇੱਕ ਇਤਿਹਾਸਕ ਗੁਰਦੁਆਰੇ ਤੋਂ ਆਸਾ ਦੀ ਵਾਰ ਦਾ ਕੀਰਤਨ ਸੁਣ ਰਿਹਾ। ਉਹ ਜਿਹੜਾ ਕੀਰਤਨੀ ਹੈ ਉਹ ਕਹਿ ਰਿਹਾ ਦਾਨ ਮਹਿੰਡਾ ਤਲੀ ਖਾਕ। ਮੈਂ ਸੋਚਿਆ ਵੀ ਇਸ ਵਿਚਾਰੇ ਨੂੰ ਪੰਜਾਬੀ ਨਹੀਂ ਆਉਂਦੀ ਹੈਗੀ, ਇਹ ਜਿਵੇਂ ਲਿਖਿਆ ਉਵੇਂ ਪੜ੍ਹੀ ਜਾਂਦਾ ਹੈ। ਹੁਣ ਜਿਵੇਂ ਤਾਂ ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾ, ਮੰਮੇ ਨੂੰ ਔਂਕੜ ਲਿਖਿਆ ਹੋਇਆ, ਇਹਨੂੰ ਅਸੀਂ ਸਤੀ ਨਾਮੂ ਥੋੜ੍ਹੇ ਪੜ੍ਹਾਂਗੇ, ਉਹਨੂੰ ਸਤਨਾਮ ਪੜ੍ਹਾਂਗੇ ਨਾ। ਪੁਰਖ ਹੈ, ਪੱਪੇ ਨੂੰ ਔਂਕੜ, ਰਾਰਾ ਖੱਖੇ ਨੂੰ ਔਂਕੜ ਲੱਗਾ ਹੋਇਆ, ਉਹਨੂੰ ਪੁਰਖੂ ਥੋੜ੍ਹੇ ਪੜ੍ਹਾਂਗੇ, ਉਹਨੂੰ ਪੁਰਖ ਪੜ੍ਹਾਂਗੇ। ਪ੍ਰਸਾਦ ਹੈ, ਦੱਦੇ ਨੂੰ ਸਿਹਾਰੀ ਲੱਗੀ, ਉਹਨੂੰ ਪ੍ਰਸਾਦੀ ਨਹੀਂ ਪੜ੍ਹਾਂਗੇ, ਉਹਨੂੰ ਪ੍ਰਸਾਦ ਪੜ੍ਹਾਂਗੇ। ਸ਼ੁੱਧ ਪਾਠ ਤਾਂ ਹੁੰਦਾ ਜੇ ਵਿਆਕਰਨ ਆਉਂਦੀ ਹੋਵੇ। ਪੰਜਾਬੀ ਤਾਂ ਹੀ ਸ਼ੁੱਧ ਹੋਏਗੀ ਜੇ ਪੰਜਾਬੀ ਦੀ ਵਿਆਕਰਨ ਆਉਂਦੀ ਹੈ। ਅੰਗਰੇਜ਼ੀ ਵੀ ਸ਼ੁੱਧ ਤਾਂ ਹੀ ਪੜ੍ਹੇ ਲਿਖੇਗਾ ਜੇ ਅੰਗਰੇਜ਼ੀ ਦੀ ਵਿਆਕਰਨ ਆਉਂਦੀ ਹੈ। ਹਿੰਦੀ ਤਾਂ ਹੀ ਸ਼ੁੱਧ ਪੜ੍ਹੇਗਾ ਤੇ ਲਿਖੇਗਾ ਜੇ ਹਿੰਦੀ ਦੀ ਵਿਆਕਰਨ ਆਉਂਦੀ ਹੈ। ਇਸ ਤਰ੍ਹਾਂ ਗੁਰਬਾਣੀ ਵੀ ਤਾਂ ਹੀ ਸ਼ੁੱਧ ਪੜ੍ਹੀ ਜਾ ਸਕਦੀ ਜੇ ਗੁਰਬਾਣੀ ਦੀ ਵਿਆਕਰਨ ਆਉਂਦੀ ਹੋਵੇ। ਹੁਣ ਵਿਆਕਰਨ ਕੀ ਕਹਿੰਦੀ ਹੈ ਕਿ ਹਾਹੇ ਤੋਂ ਜੇ ਪਹਿਲਾ ਅੱਖਰ ਮੁਕਤਾ ਹੋਵੇ। ਹੁਣ ਮੰਮਾ ਮੁਕਤਾ ਨਾ, ਜੇ ਹਾਹੇ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਤਾਂ ਜਦੋਂ ਆਪਾਂ ਨੇ ਇਸ ਨੂੰ ਬੋਲਣਾ ਹੈ ਉਸ 'ਤੇ ਦੁਲਾਵਾਂ ਲੱਗ ਜਾਣਗੀਆਂ। ਮੰਮੇ 'ਤੇ ਲੱਗ ਗਈਆਂ ਦੁਲਾਵਾਂ। ਜਿਹੜੀ ਹਾਹੇ ਦੀ ਟਿੱਪੀ ਹੈ ਇਹ ਦੁਲਾਵਾਂ ਦੇ ਨਾਲ ਬਣ ਜਾਏਗੀ ਬਿੰਦੀ, ਅਤੇ ਜਿਹੜੀ ਹਾਹੇ ਨੂੰ ਸਿਹਾਰੀ ਲੱਗੇ ਇਹ ਆਪਣੇ ਆਪ ਖਤਮ ਹੋ ਜਾਂਦੀ ਹੈ। ਤਾਂ ਹੁਣ ਹੋ ਗਿਆ ਮੰਮੇ ਨੂੰ ਦੁਲਾਵਾਂ ਨਾਲ ਬਿੰਦੀ, ਹਾ ਡੱਡੇ ਨੂੰ ਕੰਨਾ, ਕੀ ਬਣ ਗਿਆ? ਮਹਿੰਡਾ। ਹੁਣ ਲਿਖਿਆ ਤਾਂ ਪਹਿਲਾ ਹੁੰਦਾ, ਪੱਪਾ ਹਾਹੇ ਨੂੰ ਸਿਹਾਰੀ, ਲੱਲੇ ਨੂੰ ਕੰਨਾ, ਪਹਿਲਾ ਲਿਖਿਆ ਨਾ। ਹੁਣ ਜੇ ਨਹੀਂ ਕਿਸੇ ਨੂੰ ਵਿਆਕਰਨ ਆਉਂਦੀ ਤਾਂ ਉਹ ਇਸ ਨੂੰ ਪਹਿਲਾ ਪੜ੍ਹੇਗਾ। ਟੀਚਰ ਕਹੇਗਾ ਕਾਕਾ ਪਹਿਲਾ ਨਹੀਂ ਹੁੰਦਾ, ਪਹਿਲਾ ਹੁੰਦਾ। ਨਹੀਂ ਜੀ ਪਹਿਲਾ ਲਿਖਿਆ ਹੋਇਆ ਹੈ। ਉਹ ਕਹਿੰਦੇ ਕਾਕਾ ਜਿਵੇਂ ਲਿਖਿਆ ਹੁੰਦਾ ਨਾ ਉਵੇਂ ਨਹੀਂ ਕਈ ਵਾਰੀ ਪੜ੍ਹਿਆ ਜਾਂਦਾ। ਇਹ ਪੱਪਾ ਹਾਹੇ ਨੂੰ ਸਿਹਾਰੀ, ਲੱਲੇ ਨੂੰ ਕੰਨੇ, ਹਾਹੇ ਤੋਂ ਪਹਿਲਾ ਅੱਖਰ ਹੈ ਪੱਪਾ। ਪੱਪਾ ਹੈਗਾ ਮੁਕਤਾ, ਇਹਨੂੰ ਲੱਗ ਜਾਣਗੀਆਂ ਦੁਲਾਵਾਂ। ਹਾਹੇ ਨੂੰ ਸਿਹਾਰੀ ਹੋ ਜਾਏਗੀ ਖਤਮ, ਲੱਲੇ ਨੂੰ ਕੰਨਾ, ਪੱਪੇ ਨੂੰ ਦੁਲਾਵਾਂ, ਹਾ ਲੱਲੇ ਨੂੰ ਕਰਨਾ, ਕੀ ਬਣ ਗਿਆ? ਪਹਿਲਾ। ਇਸ ਤਰ੍ਹਾਂ ਮਹਿੰਡਾ। ਹੁਣ ਦੇਖੋ ਉਹ ਹਾਊਸ ਨੰਬਰ 108 ਵਿੱਚ ਰਹਿੰਦਾ ਹੈ। ਹੁਣ ਲਿਖਣਾ ਰਹਿੰਦਾ। ਬੱਚਾ ਲਿਖੇਗਾ ਰਾਰਾ, ਹਾਹੇ ਨੂੰ ਸਿਹਾਰੀ, ਉੱਤੇ ਟਿੱਪੀ, ਦੱਦੇ ਨੂੰ ਕਰਨਾ। ਜੇ ਉਂਝ ਨੂੰ ਪੜ੍ਹੋ ਰਹਿੰਦਾ, ਉਹ ਕੀ ਹੋਏਗਾ? ਰਹਿੰਦਾ। ਬੱਚਾ ਕਹਿੰਦਾ ਰਹਿੰਦਾ, ਟੀਚਰ ਕਹਿੰਦਾ ਕਾਕਾ ਰਹਿੰਦਾ ਨਹੀਂ ਹੁੰਦਾ, ਰਹਿੰਦਾ ਹੁੰਦਾ। ਨਹੀਂ ਜੀ ਰਹਿੰਦਾ ਲਿਖਿਆ ਹੋਇਆ। ਉਹ ਕਹਿੰਦੇ ਲਿਖਿਆ ਤੇ ਰਹਿੰਦਾ ਹੈ, ਇਹਨੂੰ ਬੋਲਣਾ ਰਹਿੰਦਾ, ਕਿਉਂਕਿ ਹਾਹੇ ਤੋਂ ਪਹਿਲਾਂ ਰਾਰਾ ਹੈਗਾ ਮੁਕਤਾ, ਇਸ 'ਤੇ ਲੱਗ ਜਾਣਗੀਆਂ ਦੁਲਾਵਾਂ। ਜਿਹੜੀ ਹਾਹੇ 'ਤੇ ਟਿੱਪੀ ਆ ਦੁਲਾਵਾਂ ਨਾਲ ਬਣ ਜਾਏਗੀ ਬਿੰਦੀ, ਰਾਰੇ ਨੇ ਦੁਲਾਵਾਂ ਬਿੰਦੀ, ਤੇ ਹਾਹੇ ਦੀ ਸਿਹਾਰੀ ਖਤਮ ਹੋ ਜੇ ਹਾ ਤੇ ਦੱਦੇ ਨੂੰ ਕਰਨਾ ਹੋ ਗਿਆ ਰਹਿੰਦਾ। ਇਸੇ ਤਰ੍ਹਾਂ ਇਹ ਮਹਿੰਡਾ ਨਹੀਂ ਹੈ, ਇਹ ਹੈ ਮਹਿੰਡਾ। ਦਾਨ ਮਹਿੰਡਾ ਤਲੀ ਖਾਕ। ਖਾਕ ਫਾਰਸੀ ਦਾ ਸ਼ਬਦ ਹੈ। ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ, ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਖਾਕ ਮਿੱਟੀ ਨੂੰ ਕਹਿੰਦੇ ਨੇ। ਤਲੀ ਪੈਰਾਂ ਦੇ ਹੇਠਾਂ ਇੱਕ ਹੁੰਦੀ ਹਥੇਲੀ, ਉਹ 'ਤੇ ਹੱਥ ਦੀ ਤਲੀ ਨੂੰ ਹਥੇਲੀ ਕਹਿੰਦੇ ਨੇ।
ਪੈਰਾਂ ਦੀ ਜਿਹੜੀ ਤਲੀ ਹੁੰਦੀ ਹੈ, ਪੈਰਾਂ ਦੇ ਹੇਠਲੇ ਪਾਸੇ ਨੂੰ ਕੀ ਕਹਿੰਦੇ ਨੇ? ਤਲੀ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਜੇ ਇਕੱਲਾ ਤੱਤਾ ਹੋਵੇ ਨਾ, ਇਹਨੂੰ ਤੱਤੇ ਦੇ ਬਿੰਦੀ ਲਾ ਕੇ ਪੜ੍ਹਨਾ। ਤਾਂ ਇਹਨੂੰ ਤਾਂ ਨਹੀਂ ਪੜ੍ਹੀਦਾ ਹੁੰਦਾ, ਤਾਂ ਪੜ੍ਹਨਾ ਜੀ ਤੱਤੇ ਨੂੰ ਕੰਨਾ ਲੱਗਾ ਹੋਵੇ। ਕੱਲਾ ਤੱਤਾ ਹੈ, ਉਸ ਨੂੰ ਪੜ੍ਹਨਾ ਤੱਤੇ ਤੇ ਬਿੰਦੀ ਲਾ ਕੇ। ਤਾਂ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲਖ ਧਿਆਈਏ। ਇਹਨੂੰ ਅਲਖ ਨਹੀਂ ਪੜ੍ਹਨਾ। ਲੱਖ ਦਾ ਵਿਰੋਧੀ ਸ਼ਬਦ ਹੈ ਅਲਖ। ਲੱਖ ਹੁੰਦਾ ਦੇਖਣਾ, ਲੱਖ ਹੁੰਦਾ ਸਮਝਣਾ। ਅਲਖ ਜਿਹੜਾ ਵਿਖਾਈ ਨਾ ਦੇਵੇ, ਜਿਹਨੂੰ ਸਮਝਣਾ ਔਖਾ ਹੋਵੇ। ਹੁਣ ਪਰਮਾਤਮਾ ਅਲਖ ਹੈ, ਇਹ ਵਿਖਾਈ ਨਹੀਂ ਦਿੰਦਾ। ਇਹਨੂੰ ਅਲਖ ਨਹੀਂ ਪੜ੍ਹਨਾ, ਇਹਨੂੰ ਅਲਖ ਲੱਲੇ ਤੇ ਅਧਿਕ ਲਾ ਕੇ ਵੀ ਨਹੀਂ ਪੜ੍ਹਨਾ। ਉਹ ਤੇ ਲੱਖ ਦਾ ਵਿਰੋਧੀ ਸ਼ਬਦ ਹੋ ਜਾਏਗਾ। ਲੱਖ ਹੁੰਦਾ 100,000, ਜਦ ਲਾਓਗੇ ਤਾਂ 100,000 ਦਾ ਵਿਰੋਧੀ ਸ਼ਬਦ ਹੋ ਜਾਏਗਾ। ਇਹ ਲੱਖ ਲੱਲਾ ਖੱਖੇ ਦੇ ਪੈਰ 'ਚ ਬਿੱਧੀ ਲਾ ਕੇ ਬੋਲਣਾ। ਲੱਖ ਲੱਖ ਹੁੰਦਾ ਦੇਖਣਾ ਸਮਝਣਾ। ਇਹਦਾ ਇਹ ਹੈ ਅਲਖ, ਜਿਹੜਾ ਸਮਝਿਆ ਨਾ ਜਾ ਸਕੇ, ਜਿਹਨੂੰ ਵੇਖਿਆ ਨਾ ਜਾ ਸਕੇ। ਹੋਏ ਇੱਕ ਮਨ ਅਲਖ ਧਿਆਈਏ, ਫਲ ਤੇਵੇ ਹੋ ਪਾਈਏ। ਜੇਵੇ ਹੀ ਕਾਰ ਕਮਾਈਏ, ਜੇ ਹੋਵੇ ਪੂਰਬ ਲਿਖਿਆ। ਹੁਣ ਇੱਥੇ ਕੱਕੇ ਤੱਤੇ ਨੂੰ ਕਰਨਾ, ਇਹਨੂੰ ਪੰਨੇ ਤਾਂ ਧੂੜ ਤਿਨਾਂ ਦੀ ਪਾਈਏ। ਮਤ ਥੋੜੀ ਸੇਵ ਗਵਾਈਏ। ਗੁਰੂ ਮਹਾਰਾਜ ਕਹਿੰਦੇ ਦਾਨ ਮਹਿੰਡਾ ਤਲੀ ਖਾਕ। ਸਾਧੂਆਂ ਦੀ ਜਿਹੜੀ ਚਰਨ ਧੂੜ ਹੈ ਨਾ, ਤਲੀ ਖਾਕ, ਤਲੀ ਖਾਕ ਹੈ ਚਰਨ ਧੂੜ। ਸਾਧੂਆਂ ਦੀ ਜਿਹੜੀ ਚਰਨ ਧੂੜ ਹੈ, ਉਹ ਮੇਰਾ ਦਾਨ ਹੈ, ਉਹ ਮੇਰੇ ਲਈ ਦਾਨ ਹੈ। ਮੈਂ ਸਾਧੂ ਦੀ ਚਰਨ ਧੂੜ ਮੰਗਦਾ। ਇਹ ਪਰਮਾਤਮਾ ਮੈਨੂੰ ਸਾਧੂ ਦੀ ਚਰਨ ਧੂੜ ਦਾ ਦਾਨ ਦੇ ਦੇ। ਮਹਿੰਡਾ ਮੈਨੇ ਮੇਰਾ, ਤਲੀ ਖਾਕ ਸਾਧੂਆਂ ਦੀ ਚਰਨ ਧੂੜ ਮੇਰਾ ਦਾਨ ਹੈ। ਜੇ ਮਿਲੇ, ਜੇ ਮੈਨੂੰ ਇਹ ਚਰਨ ਧੂੜ ਦਾ ਦਾਨ ਮਿਲ ਜਾਵੇ ਤਾਂ ਮਸਤਕ ਲਾਈਏ। ਫਿਰ ਮੈਨੂੰ ਆਪਣੇ ਮੱਥੇ ਨਾਲ ਲਾਵਾਂ ਵੀ ਧੰਨ ਭਾਗ ਮੇਰੇ ਸਾਧੂਆਂ ਦੀ ਚਰਨ ਧੂੜ ਪ੍ਰਾਪਤ ਹੋਈ ਹੈ। ਸਾਧੂਆਂ ਦੇ ਦਰਸ਼ਨ ਹੀ ਬਹੁਤ ਵੱਡੇ ਹੁੰਦੇ ਨੇ। ਭਾਗਾਂ ਵਾਲੇ ਲੋਕ ਜਿਨ੍ਹਾਂ ਨੂੰ ਗੁਰੂ ਦੇ ਕਿਸੇ ਸਾਧੂ ਦੇ ਦਰਸ਼ਨ ਹੁੰਦੇ ਨੇ। ਦਰਸ਼ਨਾਂ ਦਾ ਆਪਣਾ ਹੀ ਫਲ ਹੁੰਦਾ ਹੈ, ਦਰਸ਼ਨਾਂ ਦਾ ਆਪਣਾ ਫਲ ਹੁੰਦਾ। ਗੁਰੂ ਨਾਨਕ ਦੇਵ ਜੀ ਇੱਕ ਵਾਰੀ ਬੈਠੇ, ਇੱਕ ਸਿੱਖ ਉਹਨੂੰ ਪੁੱਛਦਾ ਜੀ ਵੀ ਗੁਰੂ ਦੇ ਦਰਸ਼ਨਾਂ ਦਾ ਕੀ ਫਲ ਹੈ? ਕਹਿੰਦੇ ਐਂ ਕਰ ਵੀ ਉਹ ਸਾਹਮਣੇ ਵੱਡਾ ਸਾਰਾ ਦਰਖਤ ਦਿਸਦਾ। ਕਹਿੰਦਾ ਹਾਂਜੀ, ਉੱਥੇ ਚਲਿਆ ਜਾ, ਤੈਨੂੰ ਪ੍ਰਸ਼ਨ ਦਾ ਉੱਤਰ ਮਿਲ ਜਾਏਗਾ। ਉਹ ਉੱਥੇ ਚਲਿਆ ਗਿਆ। ਉੱਥੇ ਕੋਈ ਬੰਦਾ ਨਹੀਂ, ਦੋ ਸਿਰਫ ਕਾਂ ਬੈਠੇ ਨੇ ਧਰਤੀ 'ਤੇ। ਉਹ ਮੁੜ ਆਇਆ, ਕਹਿੰਦੇ ਜੀ ਉੱਥੇ ਤਾਂ ਕੋਈ ਹੈ ਹੀ ਨਹੀਂ, ਮੇਰੇ ਉੱਤਰ ਦਾ ਪ੍ਰਸ਼ਨ ਦਾ ਉੱਤਰ ਕਿਹਨੇ ਦੇਣਾ? ਕਹਿੰਦੇ ਇੱਕ ਵਾਰੀ ਫਿਰ ਜਾ। ਉਹ ਫਿਰ ਚਲਿਆ ਗਿਆ। ਕੀ ਦੇਖਦਾ? ਉੱਥੇ ਦੋ ਬਗਲੇ ਬੈਠੇ ਨੇ, ਬੰਦਾ ਕੋਈ ਨਹੀਂ। ਉਹ ਫਿਰ ਮੁੜ ਕੇ ਆ ਗਿਆ ਹੈ। ਉਹ ਕਹਿੰਦੇ ਜੀ ਉੱਥੇ ਤਾਂ ਕੋਈ ਬੰਦਾ ਹੀ ਨਹੀਂ ਹੈਗਾ। ਕਹਿੰਦੇ ਤੂੰ ਇੱਕ ਵਾਰੀ ਉੱਥੇ ਫਿਰ ਜਾ। ਫਿਰ ਗਿਆ, ਉੱਥੇ ਦੋ ਹੰਸ ਬੈਠੇ ਨੇ, ਕੋਈ ਬੰਦਾ ਨਹੀਂ। ਉਹ ਵਾਪਸ ਆ ਗਿਆ। ਕਹਿੰਦੇ ਮਹਾਰਾਜ ਉੱਥੇ ਬੰਦੇ ਹੀ ਕੋਈ ਨਹੀਂ, ਮੇਰੇ ਪ੍ਰਸ਼ਨ ਦਾ ਉੱਤਰ ਕੌਣ ਦੇਗਾ? ਕਹਿੰਦੇ ਇੱਕ ਵਾਰੀ ਫਿਰ ਜਾ। ਫਿਰ ਗਿਆ ਤੇ ਉੱਥੇ ਦੋ ਸਾਧੂ ਬੈਠੇ ਨੇ, ਦੋ ਸਾਧੂ ਬੈਠੇ ਨੇ। ਕਹਿੰਦੇ ਜੀ ਮੈਂ ਤੁਹਾਨੂੰ ਪੁੱਛਣ ਆਇਆ ਵੀ ਸਾਧੂ ਦੇ ਦਰਸ਼ਨਾਂ ਦਾ ਕੀ ਲਾਭ ਹੈ? ਕਹਿੰਦਾ ਅਜੇ ਤੈਨੂੰ ਸਮਝ ਨਹੀਂ ਆਈ। ਉਹ ਸਾਧੂ ਕਹਿੰਦੇ ਤੈਨੂੰ ਸਮਝ ਨਹੀਂ ਆਈ।
ਜਦ ਤੂੰ ਪਹਿਲੀ ਵਾਰੀ ਆਇਆ ਸੀ ਅਸੀਂ ਕਾਂ ਸੀ। ਤੂੰ ਗੁਰੂ ਨਾਨਕ ਦੇ ਦਰਸ਼ਨ ਕੀਤੇ, ਅਸੀਂ ਤੇਰੇ ਕੀਤੇ, ਅਸੀਂ ਕਾਂ ਤੋਂ ਬਗਲੇ ਬਣ ਗਏ। ਤੂੰ ਫਿਰ ਆਇਆ, ਅਸੀਂ ਤੇਰੇ ਫਿਰ ਦਰਸ਼ਨ ਕੀਤੇ, ਅਸੀਂ ਬਗਲੇ ਤੋਂ ਹੰਸ ਹੋ ਗਏ। ਤੂੰ ਫਿਰ ਗੁਰੂ ਨਾਨਕ ਜਾ ਕੇ ਦਰਸ਼ਨ ਕੀਤੇ, ਤੂੰ ਸਾਡੇ ਕੋਲ ਫਿਰ ਆਇਆ, ਅਸੀਂ ਹੰਸ ਤੋਂ ਸਾਧੂ ਹੋ ਗਏ। ਕਹਿੰਦੇ ਇਹ ਸਾਧੂ ਦੇ ਗੁਰੂ ਦਰਸ਼ਨ ਦਾ ਫਲ ਹੈ। ਜ਼ਿੰਦਗੀ ਬਦਲ ਜਾਂਦੀ ਹੈ। ਐਵੇਂ ਨਹੀਂ ਲੋਕ ਗੁਰਦੁਆਰੇ ਮੱਥੇ ਟੇਕਣ ਜਾਂਦੇ, ਐਵੇਂ ਤਾਂ ਨਹੀਂ ਤੁਸੀਂ ਜਾਂਦੇ। ਗੁਰੂ ਦੇ ਦਰਸ਼ਨ ਹੀ ਬਹੁਤ ਹੁੰਦੇ ਨੇ। ਕੋਈ ਮੰਗੋ ਚਾਹੇ ਨਾ ਮੰਗੋ, ਗੁਰੂ ਦੇ ਦਰਸ਼ਨ ਕਰੋ, ਗੁਰੂ ਮਹਾਰਾਜ ਨੂੰ ਮੱਥਾ ਟੇਕੋ। ਸਮਾਂ ਮਿਲੇ ਸੇਵਾ ਕਰਿਓ, ਨਹੀਂ ਤੇ ਭਾਈ ਆਪਣਾ ਉੱਥੇ ਬੈਠ ਕੇ ਕੀਰਤਨ ਹੋ ਰਿਹਾ, ਕੁਝ ਸਮਾਂ ਕੀਰਤਨ ਸੁਣ ਲਓ, ਕਥਾ ਹੋ ਰਹੀ ਹੈ, ਉੱਥੇ ਬੈਠ ਕੇ ਕਥਾ ਸੁਣ ਲਓ, ਲਾਭ ਹੀ ਲਾਭ ਹੈ, ਲਾਭ ਹੀ ਲਾਭ। ਇਸ ਲਈ ਕਹਿੰਦੇ ਹੁਣ ਗੁਰੂ ਮਹਾਰਾਜ ਕਹਿ ਰਹੇ, ਸਾਡੇ ਵਰਗਾ ਨਹੀਂ ਕਹਿ ਰਹੇ ਕਿ ਉਹਨੇ ਚਰਨ ਧੂੜ ਮਿਲ ਜੇ। ਗੁਰੂ ਨਾਨਕ ਦੇਵ ਜੀ ਇਹ ਗੱਲ ਕਹਿ ਰਹੇ ਨੇ, ਮੇਰੇ ਲਈ ਦਾਨ ਕੀ ਹੈ? ਸਾਧੂ ਦੀ ਚਰਨ ਧੂੜ ਹੈ, ਉਹ ਮੇਰੇ ਲਈ ਦਾਨ ਹੈ। ਜੇ ਕਿਤੇ ਮੈਨੂੰ ਸਾਧੂਆਂ ਦੀ ਚਰਨ ਧੂੜ ਦਾ ਦਾਨ ਮਿਲ ਜਾਣਾ ਤਾਂ ਮਸਤਕ ਲਾਈਏ, ਫਿਰ ਮੈਂ ਉਹਨੂੰ ਆਪਣੇ ਮੱਥੇ 'ਤੇ ਲਾਵਾਂਗਾ ਵੀ ਧੰਨ ਭਾਗ ਹੈ। ਕੂੜਾ ਲਾਲਚ ਛੱਡੀਏ, ਕੂੜਾ ਲਾਲਚ ਉਹਨਾਂ ਚੀਜ਼ਾਂ ਦਾ ਲਾਲਚ ਜਿਨ੍ਹਾਂ ਸਦਾ ਨਹੀਂ ਰਹਿਣਾ। ਸਾਰੀਆਂ ਚੀਜ਼ਾਂ ਨਾਸ਼ਵਾਨ ਨੇ, ਸਦਾ ਨਹੀਂ ਰਹਿਣਾ। ਇਸ ਲਈ ਨਾਸ਼ਵਾਨ ਚੀਜ਼ਾਂ ਦਾ ਲਾਲਚ ਨਹੀਂ ਕਰੀਦਾ ਹੁੰਦਾ ਵੀ ਆਹ ਵੀ ਇਕੱਠਾ ਕਰ ਲਓ, ਆਹ ਵੀ ਇਕੱਠਾ ਕਰ ਲਓ, ਆਹ ਵੀ ਲੈ ਲਓ, ਆਹ ਵੀ ਲੈ ਲਓ। ਜੋ ਚੀਜ਼ ਦੀ ਲੋੜ ਹੈ ਜ਼ਿੰਦਗੀ ਸਿਰਫ ਉਹੀ ਖਰੀਦੀ ਦੀ ਹੈ। ਅਸੀਂ ਵਿਅਰਥ ਦੇ ਪੈਸੇ ਗੁਆਉਂਦੇ ਰਹਿੰਦੇ ਹਾਂ। ਸਾਨੂੰ ਚੀਜ਼ ਦੀ ਲੋੜ ਨਹੀਂ ਹੁੰਦੀ, ਅਸੀਂ ਉਹ ਵੀ ਬਾਜ਼ਾਰੋਂ ਖਰੀਦ ਕੇ ਲੈ ਆਉਂਦੇ ਹਾਂ। ਲੋੜ ਹੈ ਨਹੀਂ। ਸਿਰਫ ਜਿਸ ਚੀਜ਼ ਦੀ ਲੋੜ ਹੋਵੇ ਉਹੀ ਖਰੀਦੀ ਦੀ ਹੁੰਦੀ ਹੈ। ਫਿਰ ਥੋੜ੍ਹੇ ਪੈਸਿਆਂ 'ਚ ਹੀ ਤੁਹਾਡਾ ਸਰ ਜਾਏਗਾ। ਜੇ ਚੀਜ਼ਾਂ ਵੇਖ ਕੇ ਉਂਝ ਹੀ ਖਰੀਦ ਲੈਂਦੀਆਂ ਨੇ ਵੀ ਫਲਾਣੇ ਦੇ ਘਰ ਵੀ ਹਨ, ਮੇਰੇ ਵੀ ਹੋਣੀਆਂ ਚਾਹੀਦੀਆਂ ਨੇ, ਫਿਰ ਤੁਸੀਂ ਖਰਚੀਲੇ ਹੋ ਜਾਓਗੇ ਅਤੇ ਤੁਹਾਡੇ ਸਿਰ 'ਤੇ ਕਰਜ਼ਾ ਚੜ੍ਹ ਜਾਏਗਾ। ਫਿਰ ਉਹ ਉਤਰਨਾ ਕੋਈ ਨਹੀਂ ਹੈਗਾ। ਸਿਰਫ ਉਹੀ ਚੀਜ਼ ਘਰ ਲਿਆਈ ਦੀ ਜਿਸ ਦੀ ਲੋੜ ਹੋਵੇ। ਇਸ ਲਈ ਲਾਲਚ ਛੱਡਣਾ। ਹੋਏ ਇੱਕ ਮਨ, ਇੱਕ ਮਨ ਇੱਕ ਚਿੱਤ ਹੋ ਕੇ ਨਾ ਅਲਖ ਧਿਆਈਏ, ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ। ਸਾਰਾ ਧਿਆਨ ਸਿਮਰਨ ਦੇ ਵਿੱਚ ਹੋਣਾ ਚਾਹੀਦਾ ਹੈ। ਇੱਕ ਮਨ ਤਾਂ ਹੀ ਹੋਏਗਾ ਨਾ। ਮਨ ਮੁੱਖ ਵਾਹਿਗੁਰੂ 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 ਕਰ ਰਿਹਾ ਹੈ, ਮਨ ਉਹ ਹਾਜ਼ਰ ਹੀ ਨਹੀਂ ਹੈ, ਉਹ ਕਿਤੇ ਗੇੜੇ ਲਾ ਰਿਹਾ ਹੈ। ਉਹ ਫਿਰ ਕੀ ਹੈ? ਉਹ ਖਾਤੇ 'ਚ ਜਮ੍ਹਾਂ ਹੀ ਨਹੀਂ ਹੁੰਦਾ ਸਾਡਾ ਸਿਮਰਨ। ਸਿਮਰਨ ਕੀਤਾ, ਉਹ ਦਰਗਾਹ 'ਚ ਲਿਖਿਆ ਹੀ ਨਹੀਂ ਗਿਆ। ਸੁਲਤਾਨਪੁਰ ਲੋਧੀ ਦੀ ਨਮਾਜ਼, ਮਸੀਤ ਵਿੱਚ ਨਮਾਜ਼ ਕਾਜ਼ੀ ਨੇ ਵੀ ਪੜ੍ਹੀ, ਨਵਾਬ ਨੇ ਵੀ ਪੜ੍ਹੀ। ਗੁਰੂ ਨਾਨਕ ਦੇ ਖੜੇ ਨੇ, ਉਹ ਨਮਾਜ਼ ਨਹੀਂ ਪੜ੍ਹ ਰਹੇ। ਕਾਜ਼ੀ ਨਾਰਾਜ਼ ਹੁੰਦਾ, ਤੁਸੀਂ ਤਾਂ ਕਹਿੰਦੇ ਸੀ ਮੈਂ ਨਮਾਜ਼ ਪੜ੍ਹਾਂਗਾ, ਤੁਸੀਂ ਨਮਾਜ਼ ਨਹੀਂ ਪੜ੍ਹੀ। ਗੁਰੂ ਮਹਾਰਾਜ ਕਹਿੰਦੇ ਕਾਜ਼ੀ ਜੀ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ? ਕਹਿੰਦੇ ਜੀ ਮੇਰੇ ਨਾਲ ਪੜ੍ਹਦੇ। ਕਹੇ ਤੁਸੀਂ ਤਾਂ ਨਮਾਜ਼ ਹੀ ਨਹੀਂ ਸੀ ਪੜ੍ਹ ਰਹੇ। ਨਹੀਂ ਜੀ ਮੈਂ ਪੜ੍ਹ ਰਿਹਾ ਸੀ। ਕਹੇ ਨਹੀਂ ਕਾਜ਼ੀ ਜੀ ਤੁਸੀਂ ਨਾ ਅੱਲਾ ਦੇ ਘਰ 'ਚ ਬੈਠੇ ਹੋ, ਸੱਚੋ ਸੱਚ ਦੱਸਿਓ ਤੁਹਾਡੇ ਘਰ ਘੋੜੀ ਸੂਈ ਹੈ? ਕਹਿੰਦਾ ਹਾਂਜੀ। ਉਹਨੇ ਵਛੇਰੀ ਦਿੱਤੀ ਹੈ? ਕਹਿੰਦਾ ਹਾਂਜੀ। ਤੁਹਾਡੇ ਘਰ ਖੂਹੀ ਹੈ? ਕਹਿੰਦਾ ਹਾਂਜੀ। ਕਿ ਤੁਹਾਡਾ ਸਾਰਾ ਧਿਆਨ ਘਰ 'ਚ ਸੀ ਕਿ ਕਿਤੇ ਵਛੇਰੀ ਟੱਪਦੀ ਟੱਪਦੀ ਖੂਹੀ 'ਚ ਨਾ ਡਿੱਗ ਪਏ। ਤੁਹਾਡਾ ਮੂੰਹ ਨਮਾਜ਼ ਪੜ੍ਹ ਰਿਹਾ ਸੀ, ਤੁਹਾਡਾ ਮਨ ਨਮਾਜ਼ ਵਿੱਚ ਨਹੀਂ ਸੀ, ਉਹ ਤਾਂ ਘਰ ਸੀ। ਇਸ ਲਈ ਤੁਹਾਡੀ ਨਮਾਜ਼ ਅੱਲਾ ਦੀ ਦਰਗਾਹ 'ਚ ਪ੍ਰਵਾਨ ਹੀ ਨਹੀਂ ਹੋਈ। ਸਿਰਫ ਓਨੀ ਭਜਨ ਬੰਦਗੀ ਹੀ ਪਰਮਾਤਮਾ ਦਰ 'ਤੇ ਪ੍ਰਵਾਨ ਹੁੰਦੀ ਜਿਹੜੀ ਅਸੀਂ ਮਨ ਕਰਕੇ ਕੀਤੀ।
ਅਤੇ ਮਨ ਕਰਕੇ ਤਾਂ ਮੇਰਾ ਖਿਆਲ ਹੈ ਤੁਸੀਂ ਇੱਕ ਸੁਖਮਨੀ ਸਦਾ ਪਾਠ ਕਰੋ ਅਤੇ ਚੌਥਾ ਹਿੱਸਾ ਮਸਾ ਪ੍ਰਵਾਨ ਹੋਵੇਗਾ। 3 ਹਿੱਸੇ ਤਾਂ ਪਤਾ ਨਹੀਂ ਕਿੱਧਰ ਨੂੰ ਧਿਆਨ ਗਿਆ ਹੋਇਆ ਹੈ। ਇੱਕ ਵਾਰੀ ਮੈਂ ਨਿਤਨੇਮ ਕਰ ਰਿਹਾ, ਪਤਾ ਨਹੀਂ ਕਿੱਧਰ ਨੂੰ ਧਿਆਨ ਹੋ ਗਿਆ। ਨਿਤਨੇਮ ਤੋਂ ਬਾਅਦ ਰਹਿ ਰਸਨ ਦੀ ਗੁਟਕੇ 'ਚ ਰਹਿ ਰਸ ਦੇ ਵੀ 3 ਸ਼ਬਦ ਪੜ੍ਹਦੇ ਅਤੇ ਫਿਰ ਖਿਆਲ ਹੈ ਵੀ ਓਹੋ ਤੂੰ ਤਾਂ ਅੰਮ੍ਰਿਤ ਵੇਲੇ ਰਹਿ ਰਸ ਪੜ੍ਹ ਰਹੇ, ਨਿਤਨੇਮ ਦੇ ਕਦੋਂ ਮੁੱਕ ਗਏ। ਹੁਣ ਮੈਨੂੰ ਇਹ ਨਾ ਸਮਝ ਆਵੇ ਵੀ ਕਿੱਥੋਂ ਮੇਰਾ ਧਿਆਨ ਕਿਤੇ ਗਿਆ, ਮੈਨੂੰ ਦੁਬਾਰਾ ਸਾਰਾ ਨਿਤਨੇਮ ਕਰਨਾ ਪਿਆ। ਵੀ ਤਾਂ ਪ੍ਰਵਾਨ ਹੀ ਨਹੀਂ ਹੋਇਆ, ਤੂੰ ਤਾਂ ਬੇਧਿਆਨਾ ਸੀ। ਤੈਨੂੰ ਇੰਨਾ ਵੀ ਨਾ ਖਿਆਲ ਰਿਹਾ ਕਿ ਨਿਤਨੇਮ ਤੇ ਮੁੱਕ ਗਿਆ ਹੈ, ਇਹ ਤਾਂ ਰਾਤ ਦੀ ਰਹਿ ਰਾਸ ਸ਼ੁਰੂ ਹੋ ਗਈ ਹੈ। ਉਹ ਪ੍ਰਵਾਨ ਨਹੀਂ ਹੁੰਦਾ। ਓਨੀ ਹੀ ਭਜਨ ਬੰਦਗੀ ਪ੍ਰਵਾਨ ਹੁੰਦੀ ਹੈ ਜਿਹੜੀ ਅਸੀਂ ਮਨ ਕਰਕੇ ਕੀਤੀ, ਮਨ ਕਰਕੇ ਜਿਹੜੀ ਕੀਤੀ। ਤੁਸੀਂ 100 ਵਾਰੀ ਵਾਹਿਗੁਰੂ ਵਾਹਿਗੁਰੂ ਕਿਹਾ, 60 ਵਾਰੀ ਤੁਸੀਂ ਕੰਨ ਨਾਲ ਸੁਣਿਆ, ਇਹਦੇ ਬਾਅਦ ਤੁਹਾਨੂੰ 100 'ਚ 60 ਨੰਬਰ ਆਏ, 40 ਨੰਬਰ ਤੁਹਾਡੇ ਐਵੇਂ ਹੀ ਗਏ ਕਿਉਂਕਿ ਉਸ ਵੇਲੇ ਤੁਹਾਡਾ ਮਨ ਹਾਜ਼ਰ ਨਹੀਂ ਸੀ। ਤਾਂ ਕਿ ਹੋਏ ਇੱਕ ਮਨ ਹੋ ਕੇ ਅਲਖ ਤੇ ਆਈਏ। ਉਹ ਪਰਮਾਤਮਾ ਜੋ ਵਿਖਾਈ ਨਹੀਂ ਦਿੰਦਾ ਉਹਨੂੰ ਧਿਆਉਣਾ ਚਾਹੀਦਾ ਹੈ, ਲਾਲਚ ਛੱਡਣਾ ਚਾਹੀਦਾ ਹੈ। ਇਹ ਕੂੜਾ ਲਾਲਚ ਹੈ। ਉਹ ਚੀਜ਼ਾਂ ਜਿਹੜੀਆਂ ਨਾਸ਼ਵਾਨ ਹਨ, ਅਸੀਂ ਉਹਨਾਂ ਦੇ ਮਗਰ ਲੱਗੇ ਰਹਿੰਦੇ, ਉਹਨਾਂ ਨੂੰ ਖਰੀਦਣ ਦਾ, ਇਕੱਠਿਆਂ ਕਰਨ ਦਾ ਲਾਲਚ ਕਰਦੇ ਹਾਂ ਵੀ ਆਹ ਵੀ ਕੋਲ ਹੋਵੇ, ਆਹ ਵੀ ਕੋਲ ਹੋਵੇ। ਲੋੜ ਨਹੀਂ ਹੁੰਦੀ ਉਂਝ ਹੀ, ਬਸ ਲੋੜ ਨਹੀਂ ਹੁੰਦੀ ਕਈ ਵਾਰੀ। ਵੈਸੇ ਚੀਜ਼ਾਂ, ਇੱਕ ਦੇ ਘਰ ਮੈਂ ਗਿਆ, ਉਹਨੇ ਜਿਹੜਾ ਹੈ ਲੱਕੜੀ ਦਾ ਇੱਕ ਦਰਖਤ ਹੁੰਦਾ ਹੀ ਲੱਕੜੀ ਦਾ, ਬਨੋਟੀ, ਉਹ ਘਰ 'ਚ ਖੜਾ ਕੀਤਾ ਹੋਇਆ ਹੈ। ਇੱਕ ਕੰਧ ਦੇ ਉੱਤੇ ਉਹਨਾਂ ਨੇ ਡੰਗਰ ਦਾ ਸਿਰ ਜਿਹੜਾ ਹੈ ਉਹ ਟੰਗਿਆ ਹੋਇਆ ਹੈ। ਇੱਕ ਜਿਹੜਾ ਹੈ ਖਰਗੋਸ਼ ਪਤਾ ਨਹੀਂ ਕੀ ਸੀ, ਉਹ 'ਚ ਤੂੜੀ ਜਿਹੀ ਭਰੀ ਹੋਈ, ਉਹ ਰੱਖਿਆ ਹੋਇਆ ਹੈ। ਮੈਂ ਉਹਨਾਂ ਨੇ ਕਿਹਾ ਕੀ ਗੱਲ, ਤੁਸੀਂ ਕਦੇ ਦਰਖਤ ਨਹੀਂ ਵੇਖਿਆ? ਮੈਂ ਕਦੇ ਦਰਖਤ ਨਹੀਂ ਵੇਖਿਆ? ਕਹਿੰਦੇ ਜੀ ਦਰਖਤ ਵਿਹੜੇ 'ਚ ਲੱਗੇ ਨੇ। ਅਤੇ ਮੈਂ ਫਿਰ ਆ ਕਮਰੇ 'ਚ ਦਰਖਤ ਦਾ ਰੱਖਣ ਦਾ ਕਿਆ ਫਾਇਦਾ ਹੋਵੇ? ਤੁਸੀਂ ਦਰਖਤ ਹੀ ਵੇਖਣੇ ਹੈ। ਅਤੇ ਆਹ ਵੱਢਿਆ ਹੋਇਆ ਸਿਰ ਬਨੌਟੀ ਸਿਰ ਹੈ, ਸਿੰਘ ਸੁੰਗ ਲੱਗੇ ਹੋਏ ਨੇ, ਇਹ ਤਾਂ ਬਨੌਟੀ ਸਿਰ ਹੈ ਡੰਗਰ ਦਾ ਬਣਾਇਆ, ਇਹ ਤੁਸੀਂ ਕੰਧ 'ਤੇ ਚਿਪਕੇ ਰੱਖਿਆ ਹੈ। ਇਹ ਕੰਧ ਚਿਪਕੇ ਰੱਖਿਆ। ਸ਼ੇਰ ਰੱਖਿਆ ਹੋਇਆ ਉਹਦੇ 'ਚ ਪਤਾ ਨਹੀਂ ਕੀ ਭਰਿਆ ਹੋਇਆ ਹੈ। ਮੈਂ ਤਸਵੀਰਾਂ 'ਚ ਬਥੇਰੇ ਸ਼ੇਰ ਵੇਖੇ ਹੁੰਦੇ ਨੇ, ਜੇ ਬੱਚੇ ਨੇ ਵਿਖਾਉਣਾ ਹੀ ਤਸਵੀਰ 'ਚ ਵਿਖਾ ਲਓ। ਅਸੀਂ ਵਿਅਰਥ ਦੀਆਂ ਚੀਜ਼ਾਂ ਘਰ 'ਚ ਇਕੱਠੀਆਂ ਕਰਦੇ ਰਹਿੰਦੇ ਹਾਂ। ਘਰ 'ਚ ਕੋਈ ਥਾਂ ਹੀ ਨਹੀਂ ਰਹਿਣ ਦਿੰਦੇ ਫਿਰਨ ਤੁਰਨ ਲਈ। ਘਰ ਹੀ ਸਮਾਨ ਨਾਲ ਭਰ ਲੈਂਦੇ ਹਾਂ, ਫਿਰ ਕਦੇ ਗੋਡਾ ਵੱਜਦਾ ਹੈ ਪਾਵੇ ਨੂੰ, ਕਦੇ ਕੁਛ ਵੱਜਦਾ, ਕਦੇ ਕੁਛ ਵੱਜਦਾ ਹੈ। ਇੱਕ ਵਾਰੀ ਬਾਪੂ ਜੀ ਦਾ ਗੋਡਾ ਪਾਵੇ ਨਾਲ ਵੱਜਿਆ, ਲੱਤ ਮਾਰ ਰਹੇ ਨੇ ਪਾਵੇ ਨੂੰ। ਮੈਂ ਬਾਪੂ ਜੀ ਕੀ ਗੱਲ ਹੈ, ਗਾਲਾਂ ਕੱਢੀ ਜਿਹਨੇ ਪਾਵੇ ਨੂੰ ਲੱਤ ਮਾਰਦੇ ਹੋ? ਕਹਿੰਦਾ ਸੜ ਜਾਣਾ, ਮੇਰੇ ਗੋਡਾ ਵੱਜੇ। ਮੈਂ ਪਾਵਾ ਸੜ ਜਾਣਾ ਨਹੀਂ ਹੈਗਾ, ਤੁਸੀਂ ਮੰਜੇ 'ਚ ਵੱਜੇ ਹੋ, ਮੰਜਾ ਉੱਡ ਕੇ ਤੁਹਾਡੇ 'ਚ ਨਹੀਂ ਵੱਜਾ। ਜਾਂ ਤੱਕ ਉਹ ਮੰਜਾ ਉੱਡ ਕੇ ਉਹਦਾ ਪਾਵਾ ਤੁਹਾਡੇ ਵੱਜਿਆ, ਫਿਰ ਤੁਸੀਂ ਗਾਲਾਂ ਕੱਢੋ, ਉਹਨੂੰ ਕੁੱਟੋ, ਜੋ ਮਰਜ਼ੀ ਕਰੋ, ਤੁਸੀਂ ਪਾਵੇ 'ਚ ਵੱਜੇ ਹੋ। ਇਹਦੇ ਬਾਅਦ ਤੁਸੀਂ ਧਿਆਨ ਨਾਲ ਨਹੀਂ ਸੀ ਤੁਰ ਰਹੇ ਤਾਂ ਪਾਵੇ 'ਚ ਵੱਜੇ। ਪੰਜਾਬੀ 'ਚ ਕਹਿੰਦੇ ਡਿੱਗਾ ਖੋਤੀ ਤੋਂ ਗੁੱਸਾ ਘੁਮਿਆਰ 'ਤੇ ਹੈ। ਹੁਣ ਘੁਮਿਆਰ ਦਾ ਕੀ ਕਸੂਰ ਹੈ? ਖੋਤੀ 'ਤੇ ਮੈਨੂੰ ਨਹੀਂ ਚੜ੍ਹਨਾ ਹੁੰਦਾ ਅਤੇ ਮੈਂ ਡਿੱਗ ਪਿਆ ਅਤੇ ਗੁੱਸਾ ਘੁਮਿਆਰ 'ਤੇ ਕਰਦਾ। ਅਸੀਂ ਇਸ ਲਈ ਵਿਅਰਥ ਦੀਆਂ ਚੀਜ਼ਾਂ ਘਰ 'ਚ ਇਕੱਠੀਆਂ ਕਰ ਕਰਕੇ ਉੱਥੇ ਤੁਰਨਾ ਫਿਰਨਾ ਹੀ ਆਪਣਾ ਔਖਾ ਕਰ ਲੈਂਦੇ ਹਾਂ। ਸਾਡਾ ਤਾਂ ਸ਼ੇਖ ਚਿਲੀ ਵਾਲੀ ਗੱਲ ਹੈ। ਸ਼ੇਖ ਚਿਲੀ ਨੇ ਜਿਉਂਦੇ ਜੀ ਮਕਬਰਾ ਬਣਾਇਆ ਵੀ ਬਾਅਦ 'ਚ ਮੈਨੂੰ ਇਹਦੇ ਵਿੱਚ ਦਫਨਾ ਦੇਣਗੇ। ਉਹ ਦੱਬਦੇ ਨਾ ਅਤੇ ਵੀ ਇੱਥੇ ਮੇਰੀ ਇਸ ਕਬਰ ਬਣਾ ਦੇਣਗੇ। ਕਬਰਾ ਪਹਿਲਾਂ ਬਣਾਤਾ ਮਕਬਰਾ, ਵੀ ਜੋ ਮਰਾਂਗੇ ਮੈਨੂੰ ਇਸ ਦੱਬ ਦੇਣਗੇ। ਚਲੋ ਛੱਤ ਪਾ ਗਈ। ਉਹ ਨਾ ਜਿਵੇਂ ਅੱਜ ਕੱਲ੍ਹ ਹੇਠਾਂ ਪਿੱਲਰ ਜੇ ਖੜ੍ਹੇ ਕਰਦੇ ਨੇ, ਉਦੋਂ ਲੱਕੜੀ ਦੀ ਥੰਮੀਆਂ ਹੁੰਦੀਆਂ ਸਨ। ਉਹਨੇ ਜਿੱਥੇ ਜਿੱਥੇ ਖਤਰਾ ਸੀ ਉੱਥੇ ਥੰਮੀਆਂ ਦੇ ਦਿੱਤੀਆਂ। ਉਦੋਂ ਲੱਗ ਗਿਆ ਮੀਂਹ ਪੈਣ।
ਬਾਕੀ ਵੀ ਉਹਨੇ ਥੰਮੀਆਂ ਹੇਠਾਂ ਦੇਤੀਆਂ ਅਤੇ ਆਪ ਕਮਰੇ ਤੋਂ ਬਾਹਰ ਖਲੋ ਗਿਆ। ਇੱਕ ਮੇਰੇ ਵਰਗਾ ਭੱਜਿਆ ਮੀਂਹ ਤੋਂ ਬਚਣ ਲਈ, ਸ਼ੇਖ ਚਿਲੀ ਮੈਂ ਤੇਰੇ ਮਕਬਰੇ 'ਚ ਵੜ ਜਾ। ਕਹਿੰਦਾ ਜੇ ਮਕਬਰੇ 'ਚ ਵੜਨ ਨੂੰ ਥਾਂ ਹੁੰਦੀ ਤਾਂ ਮੈਂ ਉੱਥੇ ਇੱਕ ਹੋਰ ਥੰਮੀ ਨਾ ਲਾ ਦਿੰਦਾ। ਉਹ ਹਾਲ ਸਾਡਾ। ਅਸੀਂ ਸਾਰਾ ਘਰ ਸਮਾਨ ਨਾਲ ਭਰ ਲੈਂਦੇ ਹਾਂ ਅਤੇ ਆਪ ਹੀ ਫਿਰ ਵਕਤ ਨੂੰ ਫੜੇ ਰਹਿੰਦੇ ਹਾਂ। ਸੋ ਗੁਰੂ ਮਹਾਰਾਜ ਕਹਿੰਦੇ ਕੂੜਾ ਲਾਲਚ ਛੱਡੀਏ। ਇਹ ਕੂੜੇ ਲਾਲਚ ਛੱਡ ਦੇਣੇ ਚਾਹੀਦੇ ਨੇ। ਹੋਏ ਇੱਕ ਮਨ ਅਲਖ ਧਿਆਈਏ। ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ। ਫਲ ਤੇਵੇ ਹੋ ਪਾਈਏ। ਤੇਵੇ ਹੁੰਦਾ ਉਹੋ ਜਿਹਾ, ਜੇਵੇ ਹੀ ਜਿਹੋ ਜਿਹੀ, ਜੇਵੇ ਹੀ ਕਾਰ ਕਮਾਈਏ। ਜਿਹੋ ਜਿਹਾ ਕੰਮ ਕਰੋਗੇ ਉਹੋ ਜਿਹੇ ਫਲ ਮਿਲੇਗਾ। ਬਾਈਬਲ 'ਚ ਲਿਖਿਆ ਡੂ ਗੁੱਡ ਫਾਈਂਡ ਗੁੱਡ। ਕਰ ਭਲਾ ਹੋ ਭਲਾ। ਅਸੀਂ ਕਰਦੇ ਬੁਰਾ ਅਤੇ ਭਾਲਦੇ ਹਾਂ ਸਾਡਾ ਭਲਾ ਹੋਵੇ। ਵੀ ਇਹ ਕਿਵੇਂ ਹੋ ਸਕਦਾ ਵੇ? ਇਹ ਕਿਵੇਂ? ਗੁਰਬਾਣੀ ਦਾ ਨਿਰਣੈ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਸੂਨਰ ਲੇਟਰ ਮੰਦਾ ਹੀ ਨਿਕਲਣਾ। ਮੰਦੇ ਕੰਮਾਂ ਦਾ ਨਤੀਜਾ ਤਾਂ ਮੰਦਾ ਹੀ ਨਿਕਲਣਾ। ਇਹ ਜਿਹੋ ਜਿਹਾ ਅਸੀਂ ਕਾਰ ਕਰਾਂਗੇ, ਕੰਮ ਕਰਾਂਗੇ, ਉਹੋ ਜਿਹੇ ਸਾਨੂੰ ਫਲ ਮਿਲਣਾ। ਫਲ ਤੇਵੇ ਹੋ ਪਾਈਏ, ਜੇਵੇ ਹੀ ਕਾਰ ਕਮਾਈਏ। ਜਿਹੋ ਜਿਹਾ ਕੰਮ ਕਰਾਂਗੇ ਉਹੋ ਜਿਹਾ ਫਲ ਮਿਲੇਗਾ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ। ਪੂਰਬ ਲਿਖਿਆ ਹੁੰਦਾ ਸਾਡੇ ਪਹਿਲੇ ਕਿਸਮਤ 'ਚ ਲਿਖਿਆ ਹੁੰਦਾ। ਅਸੀਂ ਜਦੋਂ ਪੈਦਾ ਹੋਏ ਨਾ ਆਪਣੀ ਕਿਸਮਤ ਲਿਖਾ ਕੇ ਲਿਆਏ ਹਾਂ। ਹਰ ਇੱਕ ਇਨਸਾਨ ਪੈਦਾ ਹੋਣ ਤੋਂ ਪਹਿਲਾਂ ਉਹਦੀ ਕਿਸਮਤ ਲਿਖਦੇ। ਉਹਦੀ ਕਿਸਮਤ ਲਿਖ ਕੇ ਫਿਰ ਇਸ ਸੰਸਾਰ 'ਤੇ ਭੇਜਿਆ ਗਿਆ ਉਸਨੂੰ। ਚੰਗੀ ਮੰਦੀ ਜਿਹੋ ਜਿਹੀ ਪਿਛਲੇ ਜਨਮ 'ਚ ਉਹਨੇ ਕਰਮ ਕੀਤੇ, ਉਹਨਾਂ ਕਰਮਾਂ ਦੇ ਅਨੁਸਾਰ ਅਗਲੇ ਦੀ ਕਿਸਮਤ ਲਿਖ ਦਿੱਤੀ ਗਈ। ਇਹ ਮਨੁੱਖ ਕਿਸਮਤ ਭੋਗਦਾ ਹੈ ਅਤੇ ਨਵੇਂ ਕਰਮ ਕਰ ਕਰਕੇ ਕਿਸਮਤ ਬਣਾਉਂਦਾ ਹੈ। 84 ਲੱਖ ਜੂਨੀਆਂ ਦੇ ਵਿੱਚੋਂ ਇੱਕੋ ਇੱਕ ਮਨੁੱਖਾ ਜੂਨੀ ਹੈ ਜਿਹੜੀ ਭੋਗ ਜੂਨੀ ਵੀ ਹੈ ਅਤੇ ਕਰਮ ਜੂਨੀ ਵੀ ਹੈ। ਅਸੀਂ ਪਿਛਲੇ ਕਰਮਾਂ ਦਾ ਫਲ ਭੋਗ ਰਹੇ ਹਾਂ, ਅੱਗੇ ਨਵੇਂ ਕਰਮ ਕਰ ਰਹੇ ਹਾਂ। ਤੁਸੀਂ ਜੇ ਹੁਣ ਦੁਖੀ ਹੋ, ਇਹਦੇ ਬਾਅਦ ਤੁਸੀਂ ਐਸੇ ਪਿਛਲੇ ਜਨਮ 'ਚ ਕੰਮ ਕੀਤੇ ਜਿਸ ਕਾਰਨ ਤੁਸੀਂ ਹੁਣ ਦੁਖੀ ਹੋ। ਹੁਣ ਤੁਸੀਂ ਦੁਖੀ ਹੋ। ਸੁਖੀ ਹੋ, ਇਹਦੇ ਬਾਅਦ ਤੁਸੀਂ ਪਿਛਲੇ ਜਨਮਾਂ 'ਚ ਵਧੀਆ ਕਰਮ ਕੀਤੇ ਜਿਸ ਦਾ ਨਤੀਜਾ ਤੁਹਾਨੂੰ ਸੁਖ ਮਿਲਿਆ। ਤੁਸੀਂ ਅਮੀਰ ਹੋ, ਇਹਦਾ ਮਤਲਬ ਤੁਸੀਂ ਪਿਛਲੇ ਜਨਮ 'ਚ ਦਾਨ ਪੁੰਨ ਕੀਤਾ, ਉਹਦੇ ਨਤੀਜੇ ਵਜੋਂ ਤੁਹਾਨੂੰ ਅਮੀਰੀ ਮਿਲ ਗਈ। ਤੁਸੀਂ 10 ਨੂੰ ਦੀ ਕਿਰਤ ਕੀਤੀ, ਉਹ 'ਚ ਦਾਨ ਪੁੰਨ ਵੀ ਕੀਤਾ, ਤੁਹਾਨੂੰ ਅਮੀਰੀ ਮਿਲ ਗਈ ਹੈ। ਤੁਸੀਂ ਸੁਖੀ ਹੋ, ਇਹਦਾ ਮਤਲਬ ਤੁਸੀਂ ਪਿਛਲੇ ਜਨਮ 'ਚ ਨਾਮ ਜਪਿਆ, ਨਾਮ ਦਾ ਨਤੀਜਾ ਸੁੱਖ ਹੁੰਦਾ, ਇਸ ਲਈ ਤੁਹਾਨੂੰ ਸੁੱਖ ਮਿਲਿਆ। ਪੁੰਨ ਦਾਨ ਕੀਤਾ, ਇਸ ਲਈ ਤੁਹਾਨੂੰ ਅਮੀਰੀ ਮਿਲੀ। ਤੁਸੀਂ ਚੋਰੀਆਂ ਕੀਤੀਆਂ, ਡਾਕੇ ਮਾਰੇ, ਠੱਗੀਆਂ ਕੀਤੀਆਂ, ਮਿਲਾਵਟਾਂ ਕੀਤੀਆਂ, ਧੋਖਾਧੜੀ ਕੀਤੀ, ਰਿਸ਼ਵਤਾਂ ਲਈਆਂ, ਮਕਾਨ ਦੱਬੇ, ਪਲਾਟ ਦੱਬੇ, ਜ਼ਮੀਨਾਂ ਦੱਬੀਆਂ, ਕਰਜ਼ਾ ਲੈ ਕੇ ਮੁੱਕਰ ਗਏ। ਹੁਣ ਮੰਗਤੇ ਬਣ ਜਾਓ, ਫਿਰੀ ਜਾਓ। ਹੁਣ ਮੰਗਤੇ ਬਣ ਕੇ ਠੂਠਾ ਹੱਥ 'ਚ ਲੈ ਕੇ ਫਿਰੀ ਜਾਓ। ਤਾਂ ਮੇਰੇ ਕੋਲ ਬਥੇਰੇ ਆ ਜਾਂਦੇ ਨੇ। ਮੈਂ ਕੀ ਕਰਾਂ? ਮੈਂ ਸਾਰੇ ਪਟਿਆਲੇ ਦਾ ਕੋਈ ਠੇਕਾ ਨਹੀਂ ਲੈ ਰੱਖਿਆ। ਤੁਸੀਂ ਆਪਣੀ ਆਪਣੀ ਕਲੋਨੀਆਂ ਜਾ ਕੇ ਮੰਗੋ, ਦੂਜੀਆਂ ਕਲੋਨੀਆਂ ਵਾਲੇ ਇੱਥੇ ਮੰਗਣ ਆਏ ਨੇ। ਇਹ ਕਰਮ ਨੇ। ਤਾਂ ਹੀ ਗੁਰਬਾਣੀ ਨੇ ਫਲ ਤੇਵੇ ਹੋ ਪਾਈਏ, ਜੇਵੇ ਹੀ ਕਾਰ ਕਮਾਈਏ। ਜਿਹੋ ਜਿਹੇ ਕੰਮ ਕੀਤਾ ਹੁੰਦਾ ਉਹੋ ਜਿਹੇ ਫਲ ਮਿਲਦੇ ਬੰਦੇ। ਜੇ ਹੋਵੇ ਪੂਰਬ ਲਿਖਿਆ, ਜੇ ਪਹਿਲਾਂ ਹੀ ਕਿਸਮਤ 'ਚ ਲਿਖਿਆ ਹੋਵੇ ਨਾ, ਤਾਂ ਧੂੜ ਤਿਨਾਂ ਦੀ ਪਾਈਏ। ਤਾਂ ਸਾਧੂਆਂ ਦੀ ਚਰਨ ਧੂੜ ਮਿਲਦੀ ਹੈ, ਉਂਝ ਨਹੀਂ ਮਿਲਦੀ। ਨਾ ਲਿਖਿਆ ਹੋਵੇ, ਬੰਦਾ ਸਾਧੂ ਕੋਲ ਜਾਂਦਾ ਹੀ ਨਹੀਂ ਜਾਂ ਨਿੰਦਿਆ ਕਰਦਾ ਰਹੇਗਾ। ਸਾਧੂ ਦੀ ਸੰਗਤ ਨਹੀਂ ਕੀਤੀ, ਬਿਨਾਂ ਸੰਗਤ ਕੀਤੇ ਹੀ ਬਹੁਤ ਸਾਰੇ ਲੋਕ ਨੇ ਸੰਤਾਂ ਮਹਾਤਮਾ ਦੀ ਨਿੰਦਿਆ ਕਰਦੇ ਰਹਿੰਦੇ ਹਨ। ਵੀ ਤੁਸੀਂ ਸੰਗਤ ਕਰੋ, ਨਜ਼ਦੀਕ ਹੋ ਕੇ ਤੁਸੀਂ ਉਹਨਾਂ ਨੂੰ ਵੇਖੋ।
ਮੈਂ ਤਾਂ 3 ਮਹਾਤਮਾ ਦੀ ਸੰਗਤ ਕੀਤੀ ਜ਼ਿੰਦਗੀ, ਮੈਨੂੰ ਤਾਂ ਤਿੰਨੋਂ ਬਹੁਤ ਵਧੀਆ ਮਿਲੇ। ਸਭ ਤੋਂ ਪਹਿਲਾਂ ਮੈਂ ਸੰਗਤ ਕੀਤੀ ਸੰਤ ਬਲਵੰਤ ਸਿੰਘ ਜੀ, ਟਾਂਡਾ ਉੜਮਣ ਵਾਲੇ, ਜਿਹੜੇ ਜਨਮ ਤੋਂ ਹੀ ਸੂਰਮੇ ਸਿੰਘ ਸਨ। ਉਹਨਾਂ ਨਾਲ 7 ਸਾਲ ਮੇਰਾ ਉਹਨਾਂ ਨਾਲ ਪ੍ਰੇਮ ਰਿਹਾ। ਫਿਰ ਮੇਰੀ ਉੱਥੋਂ ਬਦਲੀ ਹੋ ਗਈ, ਮੈਂ ਫਿਰ ਦੂਰ ਚਲਿਆ ਗਿਆ। ਦਿਵ ਦ੍ਰਿਸ਼ਟੀ ਉਹਨਾਂ ਦੀ ਖੁੱਲ੍ਹੀ ਹੋਈ ਹੈ, ਹਾਲਾਂਕਿ ਅੰਨੇ ਨੇ ਉਹ ਜਨਮ ਤੋਂ ਹੀ। 880 ਅੰਗ ਗੁਰੂ ਗ੍ਰੰਥ ਸਾਹਿਬ ਦੇ ਮੂੰਹ ਜ਼ਬਾਨੀ ਯਾਦ ਸਨ। 880 ਅੰਗ ਸਾਨੂੰ ਤਾਂ ਨਿਤਨੇਮ ਨਹੀਂ ਕਈ ਨੂੰ ਯਾਦ ਹੁੰਦਾ। 880 ਅੰਗ ਗੁਰੂ ਗ੍ਰੰਥ ਸਾਹਿਬ ਦੇ ਮੂੰਹ ਜ਼ਬਾਨੀ ਯਾਦ ਸਨ। ਕੀਰਤਨ ਬਹੁਤ ਵਧੀਆ ਕਰਦੇ ਸਨ, ਕਥਾ ਕਰਦੇ ਸਨ, ਦੀਵਾਨ ਲਾਉਂਦੇ ਸਨ। ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ। ਬੜਾ ਪਿਆਰ ਕੀਤਾ 7 ਸਾਲ ਉਹਨਾਂ ਨੇ ਮੈਨੂੰ। ਫਿਰ ਮੇਰਾ ਸੰਬੰਧ ਸੰਤ ਸੁਖਦੇਵ ਸਿੰਘ ਜੀ ਅਲੌਰਾ ਸਾਹਿਬ ਨਾਭੇ ਦੇ ਨਜ਼ਦੀਕ, ਉਹਨਾਂ ਨਾਲ ਮੇਰਾ ਸੰਬੰਧ ਹੋਇਆ 1992 ਤੋਂ ਲੈ ਕੇ 2003 ਤੱਕ। 2003 ਦੇ ਵਿੱਚ ਫਿਰ ਸਵਰਗਵਾਸ ਹੋ ਗਏ। 92 ਤੋਂ ਲੈ ਕੇ 2003 ਤੱਕ 11 ਸਾਲ ਬੜਾ ਨਜ਼ਦੀਕ ਹੋ ਕੇ ਮੈਂ ਉਹਨਾਂ ਨੂੰ ਦੇਖਿਆ। ਬੜਾ ਮੈਨੂੰ ਪਿਆਰ ਕਰਦੇ ਸਨ। ਉਹਨਾਂ ਨੇ ਮੈਨੂੰ ਵਰ ਦਿੱਤਾ 1992 'ਚ। ਉਹਨਾਂ ਮੈਨੂੰ ਵਰ ਦਿੱਤਾ, ਕਹਿੰਦੇ ਤੁਸੀਂ ਜਿਹੜਾ ਵੀ ਧਾਰਮਿਕ ਕਰਮ ਕਰੋਗੇ ਤੁਹਾਨੂੰ ਮਾਇਆ ਦੀ ਕੋਈ ਕਮੀ ਨਹੀਂ ਆਏਗੀ, ਸ਼ਰਤ ਇੱਕ ਹੈ ਕਿਸੇ ਤੋਂ ਮਾਇਆ ਮੰਗਣੀ ਨਹੀਂ। ਮੰਗਣੀ ਨਹੀਂ ਕਹਿੰਦੇ, ਆਪੇ ਆਵੇਗੀ। 92 ਅੱਜ 2020 ਹੈ, 28 ਸਾਲ ਹੋ ਗਏ ਇਸ ਗੱਲ ਨੂੰ। ਐਡੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ ਨੇ ਗੁਰਦੁਆਰਾ ਸਾਹਿਬ ਦੀਆਂ, ਸਭ ਕੁਛ ਹੈ। ਏਅਰ ਕੰਡੀਸ਼ਨਡ ਸਾਡਾ ਗੁਰਦੁਆਰਾ ਹੈ, ਬੜਾ ਵੱਡਾ ਲੰਗਰ ਹਾਲ ਹੈ, ਬੜਾ ਵੱਡਾ ਕਾਰ ਪਾਰਕਿੰਗ ਹੈ, ਬੜਾ ਵੱਡਾ ਸਕੂਟਰ ਪਾਰਕਿੰਗ ਹੈ, ਰਸੋਈ ਘਰ ਹੈ, ਜੋੜੇ ਘਰ ਹੈ, 3 ਹੋਰ ਲੰਗਰ ਹਾਲ ਨੇ ਤਾਂ ਜੇ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੋਵੇ। ਐਡੀਆਂ ਬਿਲਡਿੰਗਾਂ ਬਣ ਗਈਆਂ। ਕੋਈ ਵੀ ਪਲਾਟ ਸਾਨੂੰ 50 ਲੱਖ ਤੋਂ ਘੱਟ ਦਾ ਨਹੀਂ ਮਿਲਿਆ। ਇੰਨੇ ਪਲਾਟ ਲਏ, ਲੱਖਾਂ ਰੁਪਈਏ ਲਏ, ਲੱਖਾਂ ਰੁਪਈਏ ਉੱਤੇ ਬਿਲਡਿੰਗਾਂ 'ਤੇ ਲੱਗੇ। ਜਿਹੜੀ ਸੰਗਤ ਇਸ ਗੱਲ ਦੀ ਗਵਾਹ ਹੈ ਕਿ 28 ਸਾਲਾਂ 'ਚ ਇੱਕ ਵਾਰ ਵੀ ਮੈਂ ਸੰਗਤ ਨੂੰ ਨਹੀਂ ਕਿਹਾ ਕਿ ਕਿਹਾ ਹੋਵੇ ਕਿ ਹਾਂ ਜੀ ਆਪਣੇ ਫਲਾਣੀ ਬਿਲਡਿੰਗ ਬਣੇ ਪੈਸੇ ਭੇਜੋ ਨਾ। ਸੰਗਤ ਆਪੇ ਹੀ ਭੇਜਦੀ ਰਹੀ। ਉਹਨੇ ਕਿਹਾ ਸੀ ਤੈਨੂੰ ਮਾਇਆ ਦੀ ਕੋਈ ਕਮੀ ਨਹੀਂ ਆਵੇਗੀ, ਜਿਹੜਾ ਵੀ ਤੂੰ ਧਾਰਮਿਕ ਕਰੇਗਾ ਕਰਮ ਕਰੇ, ਮਾਇਆ ਦੀ ਕੋਈ ਕਮੀ ਨਹੀਂ ਗੀ। ਸ਼ਰਤ ਇੱਕੋ ਹੈ ਕਿ ਮੰਗਣਾ ਨਹੀਂ ਕਿਸੇ ਤੋਂ, ਕਿਸੇ ਤੋਂ ਮਾਇਆ ਮੰਗਣੀ ਨਹੀਂ। ਫਿਰ ਮੇਰਾ ਸੰਬੰਧ ਜਿਹੜਾ ਹੈ 1996 ਦੇ ਵਿੱਚ ਸੰਤ ਸੀਤਲ ਸਿੰਘ ਜੀ ਥਿੜੀ ਸਾਹਿਬ ਵਾਲੇ ਨਾਲ ਹੋਇਆ। ਪਟਿਆਲੇ ਤੋਂ ਯੂਨੀਵਰਸਿਟੀ ਨੂੰ ਜਾਈਏ, ਰਾਹ 'ਚ ਜਗ੍ਹਾ ਆਉਂਦੀ ਥਿੜੀ ਸਾਹਿਬ, ਉੱਥੇ ਗੁਰਦੁਆਰਾ ਸਾਹਿਬ ਇਹਨਾਂ ਬਣਵਾਇਆ, ਪ੍ਰਗਟ ਕੀਤਾ ਉਸ ਹਾਂ। ਉਹਨਾਂ ਨਾਲ 96 ਤੋਂ ਲੈ ਕੇ ਉਹਨਾਂ ਦੀ ਡੈਥ ਤੱਕ 2005 ਸੰਨ ਤੱਕ 9 ਸਾਲ ਉਹਨਾਂ ਨਾਲ ਮੇਰਾ ਸੰਬੰਧ ਰਿਹਾ। ਬਹੁਤ ਨਜ਼ਦੀਕੀ ਸੰਬੰਧ ਰਿਹਾ। ਉਹਨਾਂ ਦੀ ਵੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ। 10ਮ ਪਾਤਸ਼ਾਹ ਦੀ ਉਹਨਾਂ 'ਤੇ ਵਿਸ਼ੇਸ਼ ਤੌਰ 'ਤੇ ਕਿਰਪਾ ਸੀ। ਉਹ ਭਾਈ ਮਣੀ ਸਿੰਘ ਦੇ ਸਪੁੱਤਰ ਸਨ, ਜਿਨ੍ਹਾਂ ਨੇ ਸ਼ਰਾਬੀ ਹਾਥੀ ਨੂੰ ਅਨੰਦਪੁਰ ਸਾਹਿਬ ਕਿਲੇ ਤੋਂ ਬਾਹਰ ਮਾਰਿਆ ਸੀ। ਉਹ ਸਨ, ਉਹਨਾਂ ਨਾਲ ਰਿਹਾ। ਉਹ ਮੇਰਾ ਪਿੱਛੇ ਪਾਸਟ ਜੋ ਮੇਰਾ ਬੀਤਿਆ ਉਹ ਮੈਨੂੰ ਦੱਸਦੇ ਰਹਿੰਦੇ ਸਨ। ਭਵਿੱਖ 'ਚ ਕੀ ਹੋਏਗਾ ਉਹਦੇ ਬਾਰੇ ਵੀ ਉਹ ਦੱਸਦੇ ਰਹਿੰਦੇ ਸਨ। ਉਹਨਾਂ ਨੇ ਬੇਅੰਤ ਲੋਕਾਂ ਦੇ ਦੁੱਖ ਜਿਹੜੇ ਨੇ ਇਹ ਬਾਣੀ ਨਾਲ ਠੀਕ ਕੀਤੇ। ਅਖੀਰ 'ਤੇ ਜਾਂਦੇ ਹੋਏ ਮੈਨੂੰ ਵਰ ਦੇ ਗਏ, ਕਹਿੰਦੇ ਹੁਣ ਮੇਰੀ ਥਾਂ 'ਤੇ ਤੂੰ ਇਹ ਕੰਮ ਕਰਨੇ, ਤੂੰ ਪਾਠ ਦੇ ਦੇ ਕੇ ਇਹਨਾਂ ਲੋਕਾਂ ਦੇ ਕਾਰਜ ਰਸ ਕਰਨੇ ਨੇ, ਦੁੱਖ ਦੂਰ ਕਰਨੇ ਨੇ। ਅਸੀਂ ਸੰਤਾਂ ਦੀ ਸੰਗਤ ਹੀ ਨਹੀਂ ਕਰਦੇ, ਹਾਂ ਉਂਝ ਨਿੰਦਿਆ ਕਰਨ 'ਤੇ ਲੱਗੇ ਰਹਿੰਦੇ। ਗੁਰਬਾਣੀ ਕਹਿੰਦੇ ਨਿੰਦਿਆ ਭਲੇ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਚਨ। ਬਾਕੀ ਜੇ ਕੋਈ ਗਲਤ ਕੰਮ ਕਰ ਰਿਹਾ ਤਾਂ ਗੁਰਬਾਣੀ ਕਹਿੰਦੇ ਭੋਗੇਗਾ, ਜਾਏਗਾ ਕਿੱਥੇ? ਮੈਂ ਗਲਤ ਕੰਮ ਕਰ ਰਿਹਾ, ਮੈਨੂੰ ਭੋਗਣਾ ਹੀ ਪੈਣਾ। ਦੇਖੋ ਅਤੇ ਗੁਰੂ ਨਾਨਕ ਲਿਖਿਆ ਨਾ, ਫਲ ਤੇਵੇ ਹੋ ਪਾਈਏ ਜੇਵੇ ਹੀ ਕਾਰ ਕਮਾਈਏ। ਅਗਰ ਉਹ ਗਲਤ ਕੰਮ ਕਰਨਗੇ ਤੇ ਫਲ ਭੋਗਣਗੇ। ਆ ਕਈ ਬੈਠੇ ਨੇ ਜੇਲ੍ਹ 'ਚ, ਜੇ ਗਲਤ ਕੰਮ ਕੀਤਾ ਭੋਗ ਰਹੇ ਨੇ, ਸਾਨੂੰ ਕੀ ਲੋੜ ਹੈ ਮੈਂ ਔਖੇ ਹੋਈ ਜਾਣ ਦੀ, ਆਪੇ ਭੋਗੀ ਜਾਣਗੇ। ਹਾਂ ਅਗਰ ਕੋਈ ਤੁਸੀਂ ਸੰਗਤ ਕੀਤੀ, ਤੁਹਾਨੂੰ ਪਤਾ ਲੱਗ ਗਿਆ ਵੀ ਨਹੀਂ ਇਹ ਠੀਕ ਨਹੀਂ ਹੈ, ਬਸ ਛੱਡ ਦਿਓ,
ਹੋਰ ਕੋਈ ਸੰਤ ਮਹਾਤਮਾ ਲੱਭ ਲਓ, ਕਿਸੇ ਚੀਜ਼ ਦੇ ਕਾਲ ਨਹੀਂ ਹੁੰਦਾ। ਜਿਸ ਦੇ ਨਾਲ ਤੁਹਾਨੂੰ ਪਰਮਾਤਮਾ ਨੇ ਮਿਲਾਉਣਾ ਆਪੇ ਢੋ ਢਕਾ ਦੇਵੇਗਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜੇ ਹੋਵੇ ਪੂਰਬ ਲਿਖਿਆ, ਜੇ ਭਾਗਾਂ 'ਚ ਲਿਖਿਆ ਹੋਵੇ ਨਾ, ਤਾਂ ਧੂੜ ਤਿਨਾਂ ਦੀ ਪਾਈਏ, ਤਾਂ ਸਾਧੂਆਂ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ। ਜੇ ਭਾਗਾਂ 'ਚ ਨਹੀਂ ਲਿਖਿਆ ਤੇ ਫਿਰ ਨਹੀਂ ਹੁੰਦੇ, ਫਿਰ ਨਹੀਂ ਹੁੰਦੇ। ਮਤ ਥੋੜ੍ਹੀ ਸੇਵ ਗਵਾਈਏ। ਕਈ ਵਾਰੀ ਸਾਡੀ ਮਤ ਹੀ ਥੋੜ੍ਹੀ ਹੁੰਦੀ ਹੈ, ਅਸੀਂ ਸੇਵਾ ਦਾ ਮੌਕਾ ਹੀ ਗਵਾ ਲੈਂਦੇ ਹਾਂ। ਸਾਧੂ ਦੀ ਗੁਰੂ ਦੀ ਸੇਵਾ ਦਾ ਮੌਕਾ ਮਿਲਿਆ, ਪਰ ਮਤ ਥੋੜ੍ਹੀ ਹੋਣ ਕਰਕੇ ਨਾ ਗੁਰੂ ਦੀ ਸੇਵਾ ਕੀਤੀ, ਨਾ ਕਿਸੇ ਸਾਧੂ ਦੀ ਸੇਵਾ ਕੀਤੀ। ਸ਼ਲੋਕ ਮਹਿਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਤੱਤੇ ਨੂੰ ਬਿਹਾਰੀ ਬਿੰਦੀ। ਬਹੁਵਚਨ ਬਣਾਉਣ ਲਈ ਬਿੰਦੀ ਦੇ ਨਾਲ, ਬਿਹਾਰੀ ਦੇ ਨਾਲ ਬਿੰਦੀ ਲੱਗਦੀ ਗੁਰਬਾਣੀ 'ਚ। ਜਿਵੇਂ ਮਨਮੁਖੀ, ਮਨਮੁਖੀ ਬਿੰਦੀ ਲੱਗ ਜਾਏਗੀ, ਬਹੁਵਚਨ ਹੋ ਜਾਏਗਾ। ਰੁੱਤੀ ਤਾਂ ਹੁਣ ਬਹੁਵਚਨ ਬਣਾਉਣਾ, ਰੁੱਤੀ ਤੱਤੇ ਨੂੰ ਬਿਹਾਰੀ ਬਿੰਦੀ ਲੱਗ ਜਾਏਗੀ। ਰੁੱਤੀ ਹੂੰ ਪੜ੍ਹਨੇ ਸਹਾਏ ਤੇ ਟਿੱਪੀ ਲਾ ਕੇ, ਰੁੱਤੀ ਹੂੰ ਰੁੱਤ ਹੋਏ, ਨਾਨਕ ਪਾਹੈ ਬਾਹਰਾ, ਕੋਰੇ ਰੰਗ ਨ ਸੋਏ। ਭੈ ਵਿੱਚ ਖੁੰਭ ਚੜ੍ਹਾਈਏ, ਸ਼ਰਮ ਪਾਹ ਤਨ ਹੋਏ। ਕਈ ਇਸ ਨੇ ਸ਼ਰਮ ਪੜ੍ਹਦੇ ਨੇ, ਸ਼ਰਮ ਇਸਤਰੀ ਲਿੰਗ ਹੁੰਦਾ, ਉਹ ਮੰਮੇ ਨੂੰ ਔਂਕੜ ਨਹੀਂ ਹੁੰਦੀ। ਇਹ ਮੰਮੇ ਨੂੰ ਔਂਕੜ ਹੈ, ਇਹ ਹਿੰਦੀ ਦਾ ਸ਼ਬਦ ਹੈ। ਹਿੰਦੀ 'ਚ ਸ਼ਰਮ ਮਿਹਨਤ ਨੂੰ ਕਹਿੰਦੇ ਨੇ। ਇਹ ਫਾਰਸੀ ਦਾ ਸ਼ਬਦ ਵੀ ਹੈ ਸ਼ਰਮ। ਇਹਨੂੰ ਅੱਗੇ ਪਾਹੋ ਨਹੀਂ ਪੜ੍ਹਨਾ। ਜਿਹੜਾ ਪਾਹ ਸ਼ਬਦ ਹੈ ਇਹ ਨਾਊਨ ਹੈ। ਗੁਰਬਾਣੀ ਦੇ ਵਿੱਚ ਹਾਹੇ ਨੂੰ ਔਂਕੜ ਜਾਂ ਸਿਹਾਰੀ ਉਦੋਂ ਬੋਲਦੀ ਹੈ ਜਦੋਂ ਸ਼ਬਦ ਕਿਰਿਆ ਹੋਵੇ। ਜੇ ਸ਼ਬਦ ਕਿਰਿਆ ਨਹੀਂ ਤਾਂ ਹਾਹੇ ਨੂੰ ਔਂਕੜ ਤੇ ਹਾਹੇ ਨੂੰ ਸਿਹਾਰੀ ਨਹੀਂ ਬੋਲਦੇ। ਪਾਹ ਜਿਹੜਾ ਕੱਪੜਾ ਕਈ ਵਾਰ ਤੁਸੀਂ ਦੇਖਿਆ ਕੋਰਾ ਹੁੰਦਾ, ਕੋਰੇ ਕੱਪੜੇ ਦੇ ਰੰਗ ਨਹੀਂ ਚੜਿਆ ਕਰਦਾ, ਜਿਹੜਾ ਮਰਜ਼ੀ ਜ਼ੋਰ ਲਾ ਲਓ। ਉਹ ਫੜਕੜੀ ਦਾ ਘੋਲ ਹੁੰਦਾ ਹੈ। ਫੜਕੜੀ ਦੇ ਘੋਲ ਵਿੱਚ ਉਸ ਕੱਪੜੇ ਨੂੰ ਡੁਬੋਇਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਉਸ ਕੱਪੜੇ ਨੂੰ ਫਿਰ ਜਿਹੜਾ ਹੈ ਰੰਗ ਚੜ੍ਹਾਇਆ ਜਾਂਦਾ, ਤਾਂ ਰੰਗ ਚੜ੍ਹਦਾ। ਉਹ ਜਿਹੜਾ ਹੈ ਪਹਿਲਾਂ ਉਹਨੂੰ ਪਾਹ ਲਾਈ ਜਾਂਦੀ ਹੈ। ਭੈ ਵਿੱਚ ਖੁੰਭ ਚੜ੍ਹਾਈ ਹੈ। ਖੁੰਭ ਹੁੰਦਾ ਖਾਰੀ ਚੀਜ਼ ਦੇ ਵਿੱਚ ਕੱਪੜੇ ਨੂੰ ਉਬਾਲਣਾ। ਕੱਪੜੇ ਸਾਫ਼ ਕਰ, ਮੈਂ ਦੇਖਿਆ ਪਾਕਿਸਤਾਨ ਦੇ ਵਿੱਚ ਨਾ ਕਲਰ ਬਹੁਤ ਹੁੰਦਾ ਸੀ, ਧਰਤੀ ਚਿੱਟੀ ਚਿੱਟੀ ਹੁੰਦੀ ਸੀ। ਬੀਬੀਆਂ ਜਾਂਦੀਆਂ ਸਨ ਤਸਲੇ ਲੈ ਕੇ, ਪਾਕਿਸਤਾਨ ਨੂੰ ਕਹਿੰਦੇ ਦਾਬੜਾ, ਇਹਦੇ ਤਸਲਾ ਜਾਂ ਬੱਠਲ ਕਹਿੰਦੇ ਸੀ, ਪਾਕਿਸਤਾਨ ਕੇ ਦਾਬੜਾ। ਦਾਬੜੇ ਲੈ ਕੇ ਜਾਂਦੀਆਂ ਸਨ, ਬੁੱਕਾਂ ਦੇ ਨਾਲ ਉੱਤੋਂ ਚਿੱਟਾ ਚਿੱਟਾ ਜਿਹਾ ਕਲਰ ਸੀ, ਉਹ ਆਪਣਾ ਬੱਠਲ ਭਰ ਲਿਆਉਂਦੇ ਸਨ। ਜਿਵੇਂ ਤੁਸੀਂ ਅੱਜ ਕੱਲ੍ਹ ਇਹਦੇ ਨਾਲ ਨਿਰਮੇ ਨਾਲ ਕੱਪੜੇ ਧੋਂਦੇ ਹੋ ਕਿ ਨਹੀਂ, ਉਦੋਂ ਉਸ ਕਲਰ ਨਾਲ ਕੱਪੜੇ ਧੋਤੇ ਜਾਂਦੇ ਸਨ। ਕਲਰ ਉਹ ਸਾਫ਼ ਕਰ ਦਿੰਦਾ ਕੱਪੜੇ ਨੂੰ। ਉਹ ਪਾਣੀ 'ਚ ਘੋਲ ਲੈਣਾ, ਕੁਝ ਕੱਪੜੇ ਡੁਬੋ ਦੇਣੇ ਨੇ, ਕੱਪੜੇ ਸਾਫ਼ ਹੋ ਜਾਂਦੇ ਸੀ, ਮਗਰ ਸਾਫ਼ ਪਾਣੀ ਨਾਲ ਧੋ ਲੈਣਾ। ਇਸ ਤਰ੍ਹਾਂ ਖੁੰਭ ਚੜਾਉਣਾ ਪੈਂਦੇ। ਪਹਿਲਾਂ ਭੈ ਵਿੱਚ ਖੁੰਭ ਚੜ੍ਹਾਈਏ, ਸ਼ਰਮ ਪਾਹ ਤਨ ਹੋਏ। ਇਹਨੂੰ ਪਾਹੋ ਨਹੀਂ ਪੜ੍ਹਨਾ, ਪਾਹ ਪੜ੍ਹਨਾ। ਪਾਹ ਹੁੰਦਾ ਇੱਕ ਦਾ ਦੂਸਰੇ 'ਤੇ ਅਸਰ ਹੋ ਜਾਣਾ। ਇਹਨੂੰ ਫਲਾਣੇ ਬੰਦੇ ਦਾ ਪਾਹ ਲੱਗ ਗਈ, ਇਹਦਾ ਅਸਰ ਹੋ ਗਿਆ ਦੂਜੇ 'ਤੇ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਈ। ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚ ਕਾਲ ਕੂੜ ਵਰਤਿਆ। ਸੱਚ ਦਾ ਤੇ ਕਾਲ ਹੀ ਪੈ ਗਿਆ, ਸੱਚ ਤੇ ਰਿਹਾ ਹੀ ਨਹੀਂ, ਕੂੜ ਵਰਤਿਆ, ਕੂੜ ਪ੍ਰਧਾਨ ਹੋ ਗਏ। ਹੁਣ ਝੂਠ ਹੀ ਝੂਠ ਹੈ, ਝੂਠ ਹੀ ਝੂਠ।
ਝੂਠ ਬੋਲਦੇ ਨੇ। ਇੱਕ ਨੂੰ ਮੈਂ ਕਿਹਾ, ਮਕੈਨਿਕ ਸੀ, ਮੈਂ ਯਾਰ ਛੇਤੀ ਆਈ, ਫਟਾਫਟ ਪਹੁੰਚ, ਜਨਰੇਟਰ 'ਚ ਨੁਕਸ ਪੈ ਗਏ। ਕਹਿੰਦੇ ਮੈਂ ਰਾਹ 'ਚ ਹੀ ਹਾਂ ਜੀ, 3 ਦਿਨਾਂ ਬਾਅਦ ਆਇਆ। ਰਾਹ ਪੌਣਾ ਕਿਲੋਮੀਟਰ ਦੂਰ ਕੁੱਲ ਇੱਥੋਂ। ਕਹਿੰਦੇ ਮੈਂ ਰਾਹ 'ਚ ਹੀ ਹਾਂ ਜੀ, ਬਸ ਆਇਆ ਹੁਣੇ, 3 ਦਿਨਾਂ ਬਾਅਦ ਆਇਆ। ਝੂਠ ਬੋਲੇ। ਇਹ ਕਿਆ ਮਕੈਨਿਕ, ਕਿਆ ਦੂਜੇ, ਸਭ ਝੂਠ ਬੋਲਦੇ ਨੇ। ਕੋਈ ਵਿਰਲਾ ਟਾਵਾਂ ਸੱਚ ਬੋਲਣ ਵਾਲਾ ਰਹਿ ਗਿਆ। ਸੱਚ ਦਾ ਤੇ ਕਾਲ ਹੀ ਪੈ ਗਿਆ। ਸੱਚ ਕਾਲ, ਕੂੜ ਵਰਤਿਆ, ਕੂੜ ਦਾ ਵਰਤਾਰਾ ਹੋ ਗਿਆ, ਝੂਠ ਹੀ ਝੂਠ ਹੋ ਗਿਆ, ਸੱਚ ਤੇ ਮੁੱਕ ਗਿਆ ਹੈ। ਕਾਲ ਕਾਲਖ ਬੇਤਾਲ। ਕਾਲਯੁਗ ਦੀ ਕਾਲਖ ਕਾਰਨ। ਕਾਲਖ ਕਾਹਦੀ ਹੈ? ਇਹ ਸਵਾਦ ਹੀ ਨਹੀਂ, ਪਾਪਾਂ ਦੀ। ਪਾਪਾਂ ਦੀ ਕਾਲਖ ਹੋ ਗਈ, ਕਿਉਂਕਿ ਕਲਯੁਗ ਦੇ ਵਿੱਚ ਪਾਪ ਬਹੁਤ ਹੋ ਰਹੇ ਨੇ। ਪਾਪਾਂ ਦੀ ਹੋ ਗਈ ਕਾਲਖ। ਲੋਕ ਹੋ ਗਏ ਬੇਤਾਲ। ਬੇਤਾਲ ਹੁੰਦਾ ਭੂਤ। ਬੇਤਾਲ ਹੁੰਦਾ ਭੂਤ। ਭੂਤ ਪ੍ਰੇਤ ਨੂੰ ਹਿੰਦੀ 'ਚ ਕਹਿੰਦੇ ਬੇਤਾਲ। ਇੱਕ ਵਾਰੀ ਸੰਤ ਈਸ਼ਰ ਸਿੰਘ ਜੀ ਮਹਾਰਾਜ ਬੈਠੇ, ਸੰਗਤ ਬੈਠੀ ਅੱਗੇ, ਕੋਈ ਗੱਲ ਭੂਤ ਪ੍ਰੇਤ ਦੀ ਚੱਲ ਪਈ। ਇੱਕ ਬੰਦਾ ਉੱਠਿਆ, ਕਹਿੰਦੇ ਮਹਾਰਾਜ ਜੀ ਤੁਸੀਂ ਭੂਤ ਪ੍ਰੇਤ ਵੇਖੇ ਨੇ? ਕਹਿੰਦੇ ਅਸੀਂ ਤਾਂ ਭਾਈ ਰੋਜ਼ ਹੀ ਵੇਖਦੇ ਹਾਂ। ਕਹਿੰਦੇ ਜੀ ਵਿਖਾ ਸਕਦੇ ਹੋ? ਕਹਿੰਦੇ ਹਾਂ ਵਿਖਾ ਸਕਦੇ ਹਾਂ। ਕਦੋਂ ਵਿਖਾਓਗੇ? ਕਹਿੰਦੇ ਹੁਣੇ ਵਿਖਾ ਦਿੰਦੇ ਹਾਂ। ਕਹਿੰਦੇ ਜੀ ਵਿਖਾ ਦਿਓ। ਕਹਿੰਦੇ ਵੀ ਜਿੰਨੀ ਸੰਗਤ ਬੈਠੀ ਸੀ ਭਾਈ, ਤੁਹਾਡੇ 'ਚੋਂ ਜਿਹੜਾ ਕੋਈ ਸ਼ਰਾਬ ਪੀਣ ਵਾਲਾ ਸੱਚੋ ਸੱਚ ਖੜ੍ਹੇ ਹੋ ਜਾਓ। ਕਈ ਖੜ੍ਹੇ ਹੋ ਗਏ। ਕਹਿੰਦਾ ਦਰਸ਼ਨ ਕਰ ਲੈ, ਇਹ ਜਿਉਂਦੇ ਭੂਤ ਨੇ। ਦਰਸ਼ਨ ਹੀ ਕਰਨੇ, ਇਹ ਜਿਉਂਦੇ ਭੂਤ ਨੇ, ਕਰ ਲੈ ਦਰਸ਼ਨ। ਮਰ ਕੇ ਤੇ ਨਾ ਬਣਨਾ ਹੀ ਬਣਨਾ, ਇਹ ਜਿਉਂਦੇ ਨੇ, ਜਿਉਂਦੇ ਨੇ, ਕਰ ਲੈ ਦਰਸ਼ਨ। ਲੋਕ ਹੋ ਗਏ ਬੇਤਾਲ, ਭੂਤ ਨੇ ਹੋ ਗਏ। ਭੂਤ ਦਾ ਕੀ ਕੰਮ ਹੁੰਦਾ? ਜਿਹਨੂੰ ਚੰਬੜਦਾ ਉਹਨੂੰ ਦੁਖੀ ਕਰਦਾ ਰਹਿੰਦਾ ਕਿ ਨਹੀਂ? ਲੋਕ ਇੱਕ ਦੂਜੇ ਨੂੰ ਦੁਖੀ ਕਰਦੇ ਨੇ। ਸੁੱਖ ਦੇਣ ਨਾਲ ਤਾਂ ਬਹੁਤ ਘੱਟ ਰਹਿ ਗਏ ਨੇ। ਚੋਰ ਨੇ, ਇਹ ਭੂਤ ਨੇ, ਦੁਖੀ ਕਰਦੇ ਲੋਕਾਂ ਨੂੰ। ਚੋਰ ਹੋ ਗਏ, ਡਾਕੂ ਹੋ ਗਏ, ਲੁਟੇਰੇ ਹੋ ਗਏ, ਬਦਮਾਸ਼ ਹੋ ਗਏ, ਰਿਸ਼ਵਤ ਖੋਰ ਹੋ ਗਏ, ਜ਼ਮੀਨਾਂ ਪਲਾਟ ਦੱਬਣ ਵਾਲੇ ਹੋ ਗਏ, ਘਰ ਦੱਬਣ ਵਾਲੇ ਹੋ ਗਏ, ਕਰਜ਼ਾ ਲੈ ਕੇ ਮੁਕਰਨ ਵਾਲੇ, ਇਹ ਸਾਰੇ ਭੂਤ ਪ੍ਰੇਤ ਨੇ। ਇਹ ਜਿਉਂਦੇ ਹੀ ਬੇਤਾਲ ਨੇ। ਇਹਨਾਂ ਕਾਰਨ ਸਮਾਜ ਕਿੰਨਾ ਦੁਖੀ ਹੋ ਗਿਆ। ਅਸੀਂ ਇਹਨਾਂ ਬੇਤਾਲਾਂ ਕਾਰਨ ਹੀ ਅੱਜ ਇੰਨੇ ਦੁਖੀ ਹੋ ਗਏ। ਕਹਿੰਦੇ ਸੱਚ ਦਾ ਤੇ ਪੈ ਗਿਆ ਕਾਲ, ਕੂੜ ਦਾ ਹੋ ਗਿਆ ਥਾਂ ਥਾਂ ਵਰਤਾਵਾ। ਅਤੇ ਕਲਯੁੱਗ ਦੇ ਜਿਹੜੇ ਪਾਪਾਂ ਦੀ ਕਾਲਖ ਹੈ ਨਾ, ਇਸ ਨੇ ਲੋਕਾਂ ਨੂੰ ਬਣਾਤਾ ਬੇਤਾਲ, ਭੂਤ ਨੇ ਬਣਾਤਾ ਹੈ। ਬੀਓ ਬੀਜ ਪਤ ਲੈ ਗਏ। ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ ਨਾ, ਬੀਓ ਬੀਜ, ਦੂਜਾ ਬੀਜ ਹੈ ਬੀਜ ਕੇ। ਬੀਓ ਦਾ ਮਤਲਬ ਬੀਜ, ਦੂਜਾ ਬੀਜ ਬੀਜ ਕੇ। ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ, ਪੱਤ ਲੈ ਗਏ। ਉਹ ਤੇ ਇੱਜ਼ਤ ਸਹਿਤ ਇਸ ਸੰਸਾਰ ਤੋਂ ਗਏ। ਆਦਰ ਮਾਣ ਉਹਨਾਂ ਦਾ ਅੱਗੇ ਵੀ ਹੋਇਆ। ਕਿਉਂ? ਉਹਨੇ ਨਾਮ ਦਾ ਬੀਜ ਬੀਜਿਆ। ਉਹਨੇ ਇਸ ਸੰਸਾਰ 'ਚ ਰਹਿ ਕੇ ਕੂੜ ਦਾ ਬੀਜ ਨਹੀਂ ਬੀਜਿਆ, ਨਾਮ ਦਾ ਬੀਜ ਬੀਜਿਆ। ਉਹ ਇੱਥੋਂ ਇੱਜ਼ਤ ਖੱਟ ਕੇ ਗਏ। ਅਬ ਕਿਉਂ ਉਗਵੈ ਦਾਲ। ਹੁਣ ਮਨੁੱਖ ਦਾ ਇਹ ਹਾਲ ਹੈ ਕਿ ਇਹ ਤਾਂ ਬੇਤਾਲ ਹੋ ਗਿਆ ਹੈ। ਇਹਦਾ ਰੱਬ ਵੱਲ ਧਿਆਨ ਹੀ ਨਹੀਂ ਹੈਗਾ। ਇਹ ਦੋ ਚਿਤਾ ਹੋ ਗਿਆ। ਇਹ ਅੰਦਰ ਦਵੈਤ ਭਾਵਨਾ ਹੋ ਗਈ ਹੈ। ਕਦੇ ਇਹ ਮਾਇਆ ਵੱਲ ਜਾਂਦਾ ਹੈ, ਕਦੇ ਇਹ ਰੱਬ ਵੱਲ ਮੁੜਦਾ ਹੈ। ਇੱਕ ਪਾਸੇ ਨਹੀਂ ਹੈਗਾ ਇਹ, ਇੱਕ ਪਾਸੇ ਨਹੀਂ। ਬੀਜ ਦੇ ਦੋ ਹਿੱਸੇ ਹੋ ਗਏ, ਦਾਲ ਬਣ ਗਈ। ਦਾਲ ਕਿਹਨੂੰ ਕਹਿੰਦੇ ਨੇ? ਸਾਬਤ ਬੀਜ ਦੇ ਜੇ ਦੋ ਟੁਕੜੇ ਕਰਦੇ ਉਹਨੂੰ ਦਲ ਦਈਏ ਨਾ, ਅਤੇ ਦੋ ਟੁਕੜੇ, ਇੱਕ ਹੁੰਦੇ ਛੋਲੇ, ਇੱਕ ਹੁੰਦੇ ਛੋਲਿਆਂ ਦੀ ਦਾਲ, ਪਤਾ ਨਾ, ਇੱਕ ਹੁੰਦੇ ਮਾਂ, ਇੱਕ ਹੁੰਦੇ ਮਾਂ ਦੀ ਦਾਲ। ਸਾਬਤ ਬੀਜ ਉੱਗਿਆ ਕਰਦਾ, ਦਾਲ ਨਹੀਂ ਉੱਗਦੀ। ਸਾਬਤ ਛੋਲਿਆਂ ਦਾ ਦਾਣਾ ਤੁਸੀਂ ਧਰਤੀ 'ਤੇ ਬੀਜੋ, ਉਹ ਉੱਗੇਗਾ,
ਪਰ ਦਾਲ ਜੇ ਤੁਸੀਂ ਬੀਜੋਗੇ ਉਹ ਨਹੀਂ ਉਗੇਗੀ। ਸਾਡਾ ਮਨ ਦਾਲ ਹੈ, ਇਹ ਦੋ ਫਾੜ ਹੋ ਗਿਆ ਹੈ। ਇਹਦਾ ਜਪਿਆ ਹੋਇਆ ਨਾਮ ਉੱਗ ਹੀ ਨਹੀਂ ਰਿਹਾ, ਕਿਉਂਕਿ ਧਿਆਨ ਇਹਦਾ ਮਾਇਆ ਵੱਲ ਹੈ। ਮੂੰਹੋਂ ਵਾਹਿਗੁਰੂ 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 ਕਰ ਰਿਹਾ, ਧਿਆਨ ਸੰਸਾਰਿਕ ਚੀਜ਼ਾਂ ਵੱਲ ਹੈ, ਇਸ ਲਈ ਦਾਲ ਹੈ। ਅਬ ਕਿਉਂ ਉਗਵੈ ਦਾਲ, ਤੇ ਦਾਲ ਨਹੀਂ ਉਗਿਆ ਕਰਦੇ। ਇਸ ਲਈ ਸਾਡੇ ਜਪੇ ਹੋਏ ਨਾਮ ਨੂੰ ਫਲ ਹੀ ਨਹੀਂ ਲੱਗ ਰਿਹਾ। ਕਿਉਂ? ਅਸੀਂ ਇੱਕ ਮਨ ਇੱਕ ਚਿੱਤ ਹੋ ਹੀ ਨਹੀਂ ਸਕਦੇ। ਨਾ ਇੱਕ ਮਨ ਇੱਕ ਚਿੱਤ ਹੋਈਏ ਤੇ ਨਾ ਉਹਨੂੰ ਫਲ ਲੱਗੇ। ਅਸੀਂ ਦੋ ਚਿੱਤੇ ਹਾਂ, ਅਸੀਂ ਦਾਲ ਹਾਂ, ਤੇ ਦਾਲ ਨਹੀਂ ਉਗਿਆ ਕਰਦੇ। ਜਦੋਂ ਇੱਕ ਹੋ ਜਾਵਾਂਗੇ ਨਾ, ਫਿਰ ਜਾ ਕੇ ਏਤ ਰਾਹ ਪਤ ਪਵੜੀਆਂ ਚੜ੍ਹਿਆ ਹੋਏ ਅਕੀਸ। ਅਕੀਸ ਹੁੰਦਾ ਇੱਕ। ਜਦੋਂ ਮਨ ਕਰਕੇ ਇੱਕ ਹੋ ਜਾਵਾਂਗੇ ਨਾ, ਫਿਰ ਹੀ ਇਸ ਪੌੜੀਆਂ 'ਤੇ ਚੜ੍ਹ ਸਕਦੇ ਹਾਂ। ਅਸੀਂ ਦੋ ਹਾਂ, ਇਸ ਲਈ ਸਾਡੀ ਗੱਲ ਨਹੀਂ ਬਣਦੀ ਹੈਗੀ। ਜੇ ਇੱਕ ਹੋਏ ਤਾਂ ਉਗਵੇ, ਜੇ ਦਾਣਾ ਸਾਬਤ ਹੋਵੇ ਤਾਂ ਹੀ ਉਗੂਗਾ। ਨਾਲ ਸ਼ਰਤ ਰੁੱਤੀ ਹੂੰ ਰੁੱਤ ਹੋਏ। ਰੁੱਤਾਂ ਵਿੱਚੋਂ ਸਹੀ ਰੁੱਤ ਵੀ ਹੋਣੀ ਚਾਹੀਦੀ ਹੈ। ਕਣਕ ਬੀਜਣ ਦੀ ਹੋਰ ਰੁੱਤ ਹੁੰਦੀ ਹੈ, ਜੀਰੀ ਬੀਜਣ ਦੀ ਹੋਰ ਰੁੱਤ ਹੁੰਦੀ ਹੈ ਨਾ। ਜੀਰੀ ਗਰਮੀਆਂ 'ਚ ਬੀਜੀ ਜਾਂਦੀ ਹੈ, ਕਣਕ ਸਰਦੀਆਂ 'ਚ ਬੀਜੀ ਜਾਂਦੀ, ਪਤਾ ਨਾ। ਗਰਮੀਆਂ 'ਚ ਕੋਈ ਨਹੀਂ ਕਣਕ ਬੀਜਦਾ, ਜੇ ਬੀਜੇਗਾ ਹੋਏਗੀ ਨਹੀਂ। ਸਰਦੀਆਂ 'ਚ ਕੋਈ ਨਹੀਂ ਜੀਰੀ ਲਾਉਂਦਾ, ਜੇ ਲਾਊਗਾ ਨਹੀਂ ਹੋਏਗੀ, ਕਿਉਂ? ਠੀਕ ਰੁੱਤ ਨਹੀਂ ਹੈ। ਇੱਕ ਤੇ ਦਾਣਾ ਸਾਬਤ ਹੋਵੇ, ਇੱਕ ਸਹੀ ਰੁੱਤ ਹੋਵੇ ਤਾਂ ਉਗੂ। ਦਾਲ ਨਹੀਂ ਉਗਦੀ। ਹਾਂ, ਦਾਣਾ ਸਹੀ ਹੈ ਪਰ ਰੁੱਤ ਨਹੀਂ ਸਹੀ ਹੈ ਤਾਂ ਵੀ ਨਹੀਂ ਉਗੇਗਾ। ਰੁੱਤ ਵੀ ਸਹੀ ਹੋਵੇ, ਦਾਣਾ ਵੀ ਸਾਬਤ ਹੋਵੇ ਤਾਂ ਉਗੇਗਾ। ਹੁਣ ਸਾਡੇ ਨਾਮ ਜਪਣੀ ਸਹੀ ਰੁੱਤ ਕਿਹੜੀ ਹੈ? ਅੰਮ੍ਰਿਤ ਵੇਲਾ। ਨਾਮ ਜਪਣਾ, ਨਾਮ ਬੀਜਣਾ, ਨਾਮ ਬੀਜਣਾ ਨਾ ਸਹੀ, ਤੇ ਰੁੱਤ ਠੀਕ ਸਹੀ ਚਾਹੀਦੀ ਹੈ। ਤੇ ਗੁਰਬਾਣੀ ਅਨੁਸਾਰ ਨਾਮ ਦੀ ਰੁੱਤ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਸੱਚ ਨਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਪਰਮਾਤਮਾ ਦਾ ਨਾਮ ਜਪੋ, ਪਰਮਾਤਮਾ ਦੀ ਵਡਿਆਈ ਕਰੋ। ਗੁਰੂ ਨਾਨਕ ਦੇਵ ਨੇ ਕਿਸੇ ਨੇ ਪੁੱਛਿਆ, ਤੁਸੀਂ ਅੰਮ੍ਰਿਤ ਵੇਲੇ ਦੀ ਬੜੀ ਮਹਾਨਤਾ ਦੱਸਦੇ ਹੋ ਜੀ, ਕੀ ਫਲ ਹੈ? ਕਹਿੰਦੇ ਭਜਨ ਬੰਦਗੀ ਤਾਂ ਦੂਰ ਦੀ ਗੱਲ ਰਹੀ। ਅੰਮ੍ਰਿਤ ਵੇਲਾ ਹੁੰਦਾ ਸੂਰਜ ਨਿਕਲਣ ਤੋਂ 3 ਘੰਟੇ ਪਹਿਲਾਂ। ਜਦੋਂ ਗੁਰੂ ਨਾਨਕ ਦੇਵ ਜੀ ਸੰਗਲਾਦੀਪ ਦੇ ਰਾਜਾ ਸ਼ਿਵਨਾਭ ਨੂੰ ਮਿਲਣ ਗਏ ਸਨ, ਤਾਂ ਸ਼ਿਵਨਾਭ ਨੇ ਉਹਨਾਂ ਤੋਂ ਇਹ ਪ੍ਰਸ਼ਨ ਪੁੱਛਿਆ ਸੀ ਕਿ ਅੰਮ੍ਰਿਤ ਵੇਲੇ ਦੀ ਕੀ ਮਹਾਨਤਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ, ਭਜਨ ਬੰਦਗੀ ਦੀ ਗੱਲ ਤੇ ਛੱਡੋ, ਜਿਹੜਾ ਸੂਰਜ ਨਿਕਲ ਤੋਂ 3 ਘੰਟੇ ਪਹਿਲਾਂ ਜਾ ਕੇ ਇਸ਼ਨਾਨ ਕਰਦਾ ਨਾ, ਇਸ਼ਨਾਨ ਭਜਨ ਬੰਦਗੀ ਲਈ ਜਿਹੜਾ ਇਸ਼ਨਾਨ ਕਰਦਾ, ਸਿਰਫ ਉਹਨੂੰ ਇੰਨਾ ਫਲ ਮਿਲਦਾ ਜਿਵੇਂ 1.25 ਮਣ ਸੋਨਾ ਦਾਨ ਕੀਤਾ ਹੋਵੇ। ਜੇ ਕੋਈ 1.25 ਮਣ ਸੋਨਾ ਦਾਨ ਕਰਦੇ ਤਾਂ ਉਹਨੂੰ ਜਿੰਨਾ ਫਲ ਮਿਲਦਾ ਨਾ, ਇੰਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ। ਹੁਣ ਮੰਨ ਲਓ ਅੰਮ੍ਰਿਤ ਵੇਲਾ ਗਰਮੀਆਂ 'ਚ ਹੁੰਦਾ 3 ਵਜੇ ਸ਼ੁਰੂ, ਸਰਦੀਆਂ 'ਚ ਹੁੰਦਾ 4 ਵਜੇ ਸ਼ੁਰੂ। ਹੁਣ ਗਰਮੀਆਂ ਦਾ ਮੌਸਮ ਹੈ, ਜਿਹੜਾ 3 ਵਜੇ ਉੱਠ ਕੇ ਇਸ਼ਨਾਨ ਕਰਦਾ ਹੈ, ਕਹਿੰਦੇ ਉਹਨੂੰ ਇੰਨਾ ਫਲ ਮਿਲਦਾ ਜਿੰਨਾ ਕਿਸੇ ਨੇ 1.25 ਮਣ ਸੋਨਾ ਦਾਨ ਕੀਤਾ ਹੋਵੇ। ਜਿਹੜਾ ਫਿਰ 4 ਵਜੇ ਉੱਠ ਕੇ ਇਸ਼ਨਾਨ ਕਰਦਾ ਹੈ, ਉਹਨੂੰ ਇੰਨਾ ਫਲ ਮਿਲਦਾ ਜਿਵੇਂ 1.25 ਮਣ ਚਾਂਦੀ ਦਾਨ ਕੀਤੀ ਹੋਵੇ। ਜਿਹੜਾ 5 ਵਜੇ ਇਸ਼ਨਾਨ ਕਰਦਾ ਉੱਠ ਕੇ, ਉਹਨੂੰ ਐਂ ਸਮਝੋ 1.25 ਮਣ ਤਾਂਬਾ, 1.25 ਮਣ ਤਾਂਬਾ ਉਹਨੇ ਦਾਨ ਕੀਤਾ, ਇੰਨਾ ਫਲ ਮਿਲਦਾ। ਅਤੇ ਜਿਹੜਾ 6 ਵਜੇ ਉੱਠ ਕੇ ਇਸ਼ਨਾਨ ਕਰਦਾ, ਉਹ ਸਿਰਫ ਉਹਦਾ ਸਰੀਰ ਹੀ ਸਾਫ਼ ਹੁੰਦਾ, ਉਹਨੂੰ ਫਲ ਕੋਈ ਨਹੀਂ ਮਿਲਦਾ। ਅਤੇ ਜੇ ਕਿਤੇ ਅੰਮ੍ਰਿਤ ਵੇਲੇ ਨਹਾ ਕੇ ਨਾਲ ਨਾਮ ਜਪੀਏ, ਬਾਣੀ ਪੜ੍ਹੀ, ਦੇਖੋ ਫਿਰ ਕਿੰਨਾ ਫਲ ਮਿਲੇਗਾ। ਇਹ ਰੁੱਤੀ ਹੂੰ ਰੁੱਤ ਹੋਏ। ਸਮਾਂ ਵੀ
ਉਂਝ ਤੇ ਭਜਨ ਬੰਦਗੀ ਲਈ ਸਾਰੇ ਸਮੇਂ ਹੀ ਵਧੀਆ, ਕਿਸੇ ਸਮੇਂ ਵੀ ਭਜਨ ਬੰਦਗੀ ਕੀਤੀ ਜਾ ਸਕਦੀ ਹੈ। ਪਰ ਸੰਤ ਸੀਤਲ ਸਿੰਘ ਜੀ ਮਹਾਰਾਜ ਜਿਸ ਨੂੰ ਵੀ ਚਲੀਹਾ ਦਿੰਦੇ ਸਨ, ਉਹਨਾਂ ਦੀ ਨਾਲ ਇਹ ਸ਼ਰਤ ਸੀ ਕਿ ਤੂੰ ਸਵੇਰੇ ਨਹਾ ਧੋ ਕੇ ਧੋਤੇ ਹੋਏ ਕੱਪੜੇ ਪਾਉਣੇ ਨੇ, ਜਿਸ ਮੰਜੇ 'ਤੇ ਤੂੰ ਰਾਤ ਨੂੰ ਸੁੱਤੇ, ਜੇ ਤਾਂ ਤੂੰ ਹੈਗਾ ਕੁਆਰਾ, ਉਸ ਮੰਜੇ 'ਤੇ ਬੈਠ ਕੇ ਤੂੰ ਭਜਨ ਬੰਦਗੀ ਕਰ ਸਕਦਾ। ਜੇ ਤੂੰ ਹੈਗਾ ਵਿਆਹਿਆ ਤਾਂ ਜਿਸ ਮੰਜੇ 'ਤੇ ਤੂੰ ਰਾਤ ਨੂੰ ਸੁੱਤਾ ਸੀ, ਉਸ ਮੰਜੇ 'ਤੇ ਬੈਠ ਕੇ ਭਜਨ ਬੰਦਗੀ ਨਹੀਂ ਕਰਨੀ, ਚਲੀਹਾ ਨਹੀਂ ਕਰਨਾ, ਆਸਣ ਹੋਰ ਲਾਓ। ਜੇ ਕਿਤੇ ਧਰਤੀ 'ਤੇ ਤੁਸੀਂ ਆਸਣ ਲਾ ਲਓ, ਕੋਈ ਖੇਸ ਲੈ ਲਓ, ਚਾਦਰ ਲੈ ਲਓ, ਚੌੜੀ ਕਰਕੇ ਵਿਛਾ ਲਓ, ਉਸ 'ਤੇ ਚੌਂਕੜੀ ਮਾਰ ਕੇ ਬੈਠੋ, ਸਾਹਮਣੇ ਜੋਤ ਜਗਾਓ, ਜਲ ਰੱਖੋ, ਬਾਟੀ ਜਲ ਰੱਖ ਲਓ, ਜੋਤ ਜਗਾਓ। ਪਹਿਲੇ ਦਿਨ ਦੇਗ ਬਣਾ ਕੇ ਵੀ ਰੱਖੋ, ਜਿਹਦੇ ਚਲੀਹਾ ਸ਼ੁਰੂ ਹੋਣਾ, ਘਰ ਦੇ ਜੀਆਂ ਲਈ ਦੇਗ ਬਣਾ ਕੇ ਵੀ ਰੱਖੋ, ਜੋਤ ਜਗਾਓ, ਜਲ ਬਾਟੀ 'ਚ ਰੱਖੋ। ਫਿਰ ਜਿਹੜਾ ਤੁਹਾਨੂੰ ਸ਼ਬਦ ਦਿੱਤਾ ਹੋਇਆ ਹੈ, ਉਹਦਾ ਜਿੰਨਾ ਸਮੇਂ ਲਈ ਤੁਹਾਨੂੰ ਦਿੱਤਾ ਹੈ, ਉਨਾ ਸਮਾਂ ਉਸ ਦਾ ਜਾਪ ਕਰਨਾ ਹੈ। ਇਹ ਸੂਰਜ ਨਿਕਲਣ ਤੋਂ ਪਹਿਲਾਂ ਤੁਹਾਡਾ ਪੂਰਾ ਹੋ ਜਾਣਾ ਚਾਹੀਦਾ ਹੈ। ਇਹ ਤੁਸੀਂ ਖਿਆਲ ਰੱਖਣਾ ਕਿ ਜੋ ਤੁਹਾਨੂੰ ਸ਼ਬਦ ਮਿਲਿਆ, ਜੋ ਤੁਹਾਨੂੰ ਜਾਪ ਮਿਲਿਆ, ਮੰਨ ਲਓ ਰੋਜ਼ ਸੁਖਮਨੀ ਸਾਹਿਬ ਦਾ ਪਾਠ ਤੁਹਾਨੂੰ ਮਿਲਿਆ ਹੋਇਆ, ਇਹ ਸੁਖਮਨੀ ਸਾਹਿਬ ਦਾ ਪਾਠ ਸੂਰਜ ਨਿਕਲਣ ਤੋਂ ਪਹਿਲਾਂ ਪੂਰਾ ਹੋ ਜਾਣਾ ਚਾਹੀਦਾ ਹੈ। ਜਿਸ ਨੂੰ ਚਲੀਹਾ ਮਿਲਿਆ ਸ਼ਾਮ ਨੂੰ ਦਿਨ ਛਿਪਣ ਵੇਲੇ, ਉਸਨੇ ਜੋਤ ਜਗਾ ਕੇ ਰਹਿ ਰਾਸ ਦਾ ਪਾਠ ਕਰਨਾ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ 12 ਵਜੇ ਤੋਂ ਪਹਿਲਾਂ ਸੋਹਲੇ ਸਾਹਿਬ ਦਾ ਪਾਠ ਕਰਨਾ। ਫਿਰ ਸਮਝੋ ਇੱਕ ਦਿਨ ਤੁਹਾਡਾ ਪੂਰਾ ਹੋ ਗਿਆ। ਇਸ ਤਰ੍ਹਾਂ 40 ਦਿਨ ਕਰਨਾ, ਇਸ ਤਰ੍ਹਾਂ 40 ਦਿਨ ਕਰਨਾ। ਸੋ ਸਮਾਂ ਹੁੰਦਾ ਹਰ ਇੱਕ ਚੀਜ਼ ਦਾ। ਕਹਿੰਦੇ ਜਿੰਨਾ ਅਸੀਂ ਅੰਮ੍ਰਿਤ ਵੇਲੇ ਭਜਨ ਬੰਦਗੀ ਕਰਾਂਗੇ, ਓਨਾ ਹੀ ਫਲ ਜ਼ਿਆਦਾ ਮਿਲਦਾ ਹੈ। ਭਾਵੇਂ ਦਿਨੇ ਪਾਠ ਕੀਤਾ ਐਵੇਂ ਨਹੀਂ ਜਾਂਦਾ, ਫਲ ਤੇ ਦਿੰਦਾ ਪਰ ਫਲ ਘੱਟ ਮਿਲਦਾ। ਸੂਰਜ ਨਿਕਲ ਤੋਂ ਪਹਿਲਾਂ ਜਿਹੜੀ ਭਜਨ ਬੰਦਗੀ ਕੀਤੀ ਜਾਂਦੀ, ਉਹਦਾ ਫਲ ਜ਼ਿਆਦਾ ਮਿਲਦਾ ਹੈ ਦਿਨ ਨਾਲੋਂ, ਕਿਉਂਕਿ ਦਿਨੇ ਜਿਹੜਾ ਹੈ ਇਹ ਨਾਸਤਕ ਲੋਕ ਸਾਰੇ ਜਾਗ ਪੈਂਦੇ ਨੇ। ਉਹਨਾਂ ਦੇ ਵਿੱਚੋਂ ਜਿਹੜੀਆਂ ਲਹਿਰਾਂ ਨਿਕਲਦੀਆਂ ਨੇ, ਜਿਹੜੇ ਥੋੜ੍ਹੀ ਬਹੁਤੀ ਵੀ ਸਾਇੰਸ ਜਾਣਦੇ ਹੋ, ਵੇਵਜ਼ ਹੁੰਦੀਆਂ ਨੇ ਲਹਿਰਾਂ, ਅਲਫਾ, ਬੀਟਾ, ਥੀਟਾ, ਗਾਮਾ। ਕੁਝ ਲਹਿਰਾਂ ਚੰਗੀਆਂ ਹੁੰਦੀਆਂ ਨੇ, ਕੁਝ ਭੈੜੀਆਂ ਹੁੰਦੀਆਂ ਨੇ। ਸਾਧੂਆਂ ਦੇ ਵਿੱਚੋਂ ਚੰਗੀਆਂ ਲਹਿਰਾਂ ਨਿਕਲਦੀਆਂ ਨੇ, ਨਾਸਤਕਾਂ ਦੇ ਵਿੱਚੋਂ, ਚੋਰਾਂ 'ਚੋਂ, ਡਾਕੂਆਂ 'ਚੋਂ, ਲਟੇਰਿਆਂ 'ਚੋਂ, ਠੱਗਾਂ 'ਚੋਂ, ਬਦਮਾਸ਼ਾਂ 'ਚੋਂ ਭੈੜੀਆਂ ਲਹਿਰਾਂ ਨਿਕਲਦੀਆਂ ਨੇ। ਅੰਮ੍ਰਿਤ ਵੇਲੇ ਇਹ ਸਾਰੇ ਭੈੜੇ ਲੋਕ ਸੁੱਤੇ ਹੁੰਦੇ ਨੇ। ਉਸ ਵੇਲੇ ਸੰਸਾਰ ਦੇ ਸਾਰੇ ਸਾਧੂ ਜਾਗ ਰਹੇ ਹੁੰਦੇ ਨੇ ਅਤੇ ਭਜਨ ਬੰਦਗੀ ਕਰ ਰਹੇ ਹੁੰਦੇ ਨੇ। ਉਹਨਾਂ ਦੀ ਭਜਨ ਬੰਦਗੀ ਦੀਆਂ ਲਹਿਰਾਂ ਆ ਕੇ ਸਾਨੂੰ ਟਕਰਾਉਂਦੀਆਂ ਨੇ, ਸਾਡੀ ਅਵਸਥਾ ਉੱਚੀ ਕਰਦੀਆਂ ਨੇ। ਇਸ ਲਈ ਅੰਮ੍ਰਿਤ ਵੇਲੇ ਭਜਨ ਬੰਦਗੀ ਕਰਨ ਦਾ ਤਾਂ ਵੀ ਕਹਿੰਦੇ ਜ਼ਿਆਦਾ ਫਲ ਹੁੰਦਾ ਹੈ। ਸੋ ਇਹ ਹੈ, ਜੇ ਇੱਕ ਹੋਏ ਤਾਂ ਉਗਵੇ, ਬੀਜ ਸਾਬਤ ਹੋਵੇ ਤਾਂ ਉਗਦਾ। ਰੁੱਤੀ ਹੂੰ ਰੁੱਤ ਹੋਏ ਤੇ ਰੁੱਤ ਵੀ ਸਹੀ ਹੋਵੇ, ਰੁੱਤਾਂ ਵਿੱਚੋਂ ਰੁੱਤ ਵੀ ਸਹੀ ਹੋਵੇ ਤਾਂ ਬੀਜ ਉਗਦਾ। ਜੇ ਰੁੱਤ ਸਹੀ ਨਹੀਂ ਫਿਰ ਨਹੀਂ ਉਗਿਆ ਕਰਦਾ। ਨਾਨਕ ਪਾਹੈ ਬਾਹਰਾ ਕੋਰੇ ਰੰਗ ਨਾ ਸੋਏ। ਕੋਰੇ ਕੱਪੜੇ 'ਤੇ ਰੰਗ ਨਹੀਂ ਚੜਿਆ ਕਰਦਾ। ਤੁਸੀਂ ਲਲਾਰੀ ਕੋਲੋਂ ਲੈ ਜਾਓ ਕੋਰਾ ਕੱਪੜਾ, ਉਹ ਸਿੱਧਾ ਰੰਗ 'ਚ ਨਹੀਂ ਡੁੱਬੇਗਾ, ਨਹੀਂ ਚੜੇਗਾ। ਪਹਿਲਾਂ ਉਹਨੂੰ ਪਾਹ ਲਾਏਗਾ, ਫੜਕੜੀ ਦੇ ਘੋਲ 'ਚ ਪਹਿਲਾਂ ਉਹਨੂੰ ਡੁਬੋਵੇਗਾ, ਉਸ 'ਚ ਉਹਨੂੰ ਸਾਫ਼ ਕਰੇਗਾ, ਫਿਰ ਉਸ 'ਤੇ ਰੰਗ ਚੜੇਗਾ। ਉਹ ਹੁੰਦਾ ਪਾਹ। ਹੁਣ ਸਾਡੇ 'ਤੇ ਪਾਹ ਕਾਹਦੀ ਚੜ੍ਹਨੀ ਹੈ? ਗੁਰੂ ਅਸੀਂ ਧਾਰਨ ਨਹੀਂ ਕੀਤਾ। ਅਸੀਂ ਹੈਗੇ ਕੋਰੇ, ਅਸੀਂ ਆਪਣੇ ਨਾਮ ਦਾ ਰੰਗ ਚੜ੍ਹਾਉਣਾ, ਉਹਨੂੰ ਪਾਹ ਅਸੀਂ ਲਾਈ ਨਹੀਂ, ਉਹ ਰੰਗ ਚੜ੍ਹਨਾ ਹੀ ਕੋਈ ਨਹੀਂ। ਗੁਰੂ ਮਹਾਰਾਜ ਜਿਹੜੇ ਨੇ ਇਹ ਪਾਹ ਨੇ। ਆਪਾਂ ਗੁਰੂ ਧਾਰਨ ਕਰਾਂਗੇ
ਸਮਝੋ ਸਾਡਾ ਮਨ ਜਿਹੜਾ ਕੋਰੇ ਕੱਪੜੇ ਦੀ ਤਰ੍ਹਾਂ ਨਾ, ਇਸ ਤੇ ਫਿਰ ਪਾਹ ਲੱਗ ਜਾਏਗੀ। ਗੁਰੂ ਮਹਾਰਾਜ ਪਾਹ ਦਾ ਕੰਮ ਕਰਨ, ਉਸ ਤੋਂ ਬਾਅਦ ਫਿਰ ਸਾਡੇ ਨਾਮ ਦਾ ਰੰਗ ਚੜ੍ਹੇਗਾ ਸਾਡੇ ਤੇ। ਨਿਗੁਰੇ ਤੇ ਨਾਮ ਦਾ ਰੰਗ ਨਹੀਂ ਚੜਿਆ ਕਰਦਾ। ਨਿਗੁਰਾ ਜਿੰਨਾ ਮਰਜੀ ਵਾਹਿਗੁਰੂ ਵਾਹਿਗੁਰੂ ਕਰੀ ਜੇ, ਨਹੀਂ ਗੱਲ ਬਣਦੀ। ਨਿਗੁਰਿਆਂ ਨੂੰ ਮੇਰੀ ਬੇਨਤੀ ਹੈ, ਉਹ ਬਾਣੀ ਪੜ੍ਹਿਆ ਕਰੋ। ਵਾਹਿਗੁਰੂ ਵਾਹਿਗੁਰੂ ਕਰਨ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ, ਕਿਉਂਕਿ ਗੁਰਮੰਤਰ ਤਾਂ ਉਹਨਾਂ ਨੂੰ ਮਿਲੇ ਹੀ ਨਹੀਂ ਹੈਗਾ। ਗੁਰਮੰਤਰ ਤਾਂ ਮਿਲੇ ਹੀ ਨਹੀਂ, ਉਹ ਤਾਂ ਸੁਣਿਆ ਹੋਇਆ ਉਹਨਾਂ ਨੇ ਵੀ ਸਿੱਖ ਵਾਹਿਗੁਰੂ ਵਾਹਿਗੁਰੂ ਕਦੇ, ਆਪਾਂ ਵੀ ਲੱਗ ਜਾਓ ਵਾਹਿਗੁਰੂ ਵਾਹਿਗੁਰੂ ਕਰਨ। ਉਹ ਬਾਣੀ ਪੜ੍ਹਿਆ ਕਰੋ। ਬਾਣੀ ਨੂੰ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰੇ ਪੜ੍ਹ ਸਕਦੇ ਨੇ। ਬਾਣੀ ਸਰਬ ਸਾਂਝੀ ਹੈ। ਬਾਣੀ ਕੋਈ ਵੀ ਪੜ੍ਹੋ, ਬਾਣੀ ਨੇ ਆਪਣਾ ਕੰਮ ਕਰਨਾ। ਜੋ ਬਾਣੀ ਦੇ ਲਾਭ ਨੇ ਉਹ ਨਿਗੁਰੇ ਨੂੰ ਵੀ ਮਿਲਣੇ ਨੇ ਅਤੇ ਗੁਰੂ ਵਾਲੇ ਨੂੰ ਵੀ ਮਿਲਣੇ ਨੇ। ਪਰ ਜਿਹੜਾ ਸਿਮਰਨ ਹੈ ਇਹ ਉਹੀ ਕਰਦਾ ਜਿਹਨੇ ਨਾਮ ਜਪਿਆ ਹੋਇਆ ਹੋਵੇ, ਜਿਹਨੇ ਨਾਮ ਲਿਆ ਹੋਵੇ ਗੁਰੂ ਮਹਾਰਾਜ ਤੋਂ, ਉਹ ਫਿਰ ਨਾਮ ਜਪਦਾ। ਫਿਰ ਅਸੀਂ ਕਿਉਂ, ਉਹਨੂੰ ਪਾਹ ਲੱਗ ਗਈ। ਉਹਦਾ ਮਨ ਕੋਰਾ ਸੀ, ਗੁਰੂ ਨੇ ਫਿਰ ਉਹਦੇ ਮਨ ਨੂੰ ਜਿਹੜਾ ਪਾਹ ਲਾ ਕੇ, ਨਾਮ ਦੀ ਪਾਹ ਲਾਈ, ਰੰਗ ਤਾਂ ਫਿਰ ਭੈ ਵਿੱਚ ਖੁੰਭ ਚੜ੍ਹਾਈਏ, ਸ਼ਰਮ ਪਾਹ ਤਨ ਹੋਏ। ਹੁਣ ਪਾਹ ਕਾਹਦੀ ਲਾਉਣੀ ਹੈ? ਮਿਹਨਤ ਦੀ। ਪਾਹ ਉੱਤੇ ਪਾਹਿਆ ਨਾ, ਪਾਹ ਕਾਹਦੀ? ਅੱਗੇ ਸ਼ਰਮ ਹੈ, ਪਹਿਲਾਂ ਸ਼ਰਮ ਦੀ ਪਾਹ ਲਾਉਣੀ ਹੈ। ਮਿਹਨਤ ਕਰਨੀ ਹੈ। ਮਿਹਨਤ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੋਇਆ ਕਰਦੀ। ਮੰਨ ਲਓ ਮੈਂ ਗੁਰੂ 'ਤੇ ਧਾਰਨ ਕਰ ਲਿਆ, ਮੈਨੂੰ ਗੁਰਮੰਤਰ ਵੀ ਮਿਲ ਗਿਆ ਹੈ, ਪਰ ਮੈਂ ਗੁਰਮੰਤਰ ਦਾ ਜਾਪ ਹੀ ਨਹੀਂ ਕਰਦਾ, ਤਾਂ ਨਹੀਂ ਗੱਲ ਬਣੇਗੀ। ਇੱਕ ਬੱਚਾ ਹੈ, ਸਕੂਲ 'ਚ ਦਾਖਲਾ ਲੈ ਲਿਆ ਹੈ, ਠੀਕ ਹੈ, ਸਕੂਲ ਦੀ ਵਰਦੀ ਵੀ ਪਾਈ ਹੋਈ ਹੈ, ਪਰ ਸਕੂਲ ਦਾ ਕੰਮ ਨਹੀਂ ਕਰਦਾ, ਨਹੀਂ ਗੱਲ ਬਣੇਗੀ। ਨਾ ਟੀਚਰ ਖੁਸ਼ ਅਤੇ ਨਾ ਉਹ ਪਾਸ ਹੋਵੇ। ਮਿਹਨਤ ਕਰਨੀ, ਮਿਹਨਤ ਦੀ ਪਾਹ ਲਾਉਣੀ ਹੈ। ਭੈ ਰੱਬੀ ਡਰ, ਰੱਬੀ ਡਰ ਜਿਹੜਾ ਇਹਦੀ ਖੁੰਭ ਚੜ੍ਹਾਉਣੀ ਹੈ। ਖੁੰਭ ਖਾਰੇ ਪਾਣੀ ਦੇ ਵਿੱਚ ਕੱਪੜੇ ਨੂੰ ਜਿਹੜਾ ਚੰਗੀ ਤਰ੍ਹਾਂ ਕਾੜਿਆ ਜਾਂਦਾ ਹੈ, ਫਿਰ ਉਹਨੂੰ ਸਾਫ਼ ਕਰਕੇ ਫਿਰ ਉਸ 'ਤੇ ਰੰਗ ਚੜ੍ਹਾਇਆ ਜਾਂਦਾ ਹੈ। ਸੋ ਜਿਹਨੇ ਨਾਮ ਜਪਣੇ ਨਾ, ਉਹਨੂੰ ਰੱਬੀ ਭੈ 'ਚ ਰਹਿਣਾ ਪੈਂਦਾ। ਰੱਬੀ ਭੈ ਦੀ ਖੁੰਭ ਚੜ੍ਹਾਵੇ, ਮਿਹਨਤ ਦੀ ਪਾਹ ਲਾਵੇ, ਮਿਹਨਤ ਕਰੇ, ਰੱਬ ਦੇ ਡਰ 'ਚ ਰਹੇ, ਰੱਬੀ ਡਰ 'ਚ ਰਹੇ। ਰੱਬ ਮੈਨੂੰ ਵੇਖ ਰਿਹਾ, ਮੈਂ ਜੋ ਕਰ ਰਿਹਾ ਸੋਚ ਰਿਹਾ ਉਹ ਵੇਖ ਰਿਹਾ, ਉਹਨੂੰ ਪਤਾ ਹੈ, ਉਹਨੇ ਹੀ ਮੇਰੇ ਕਰਮ ਲਿਖਣੇ ਨੇ। ਜਿਸ ਨੇ ਸਾਡੇ ਕਰਮ ਲਿਖਣੇ ਨੇ ਉਹ ਸਾਨੂੰ ਵੇਖ ਵੀ ਰਿਹਾ ਹੈ, ਅਤੇ ਜੋ ਅਸੀਂ ਸੋਚ ਰਹੇ ਹਾਂ ਉਹ ਵੀ ਉਹਨੂੰ ਪਤਾ ਹੈ। ਜਦੋਂ ਅਸੀਂ ਉਸ ਤੋਂ ਡਰ ਕੇ ਰਹਾਂਗੇ ਤਾਂ ਹੀ ਠੀਕ ਕੰਮ ਕਰਾਂਗੇ ਨਾ। ਅਸੀਂ ਨਾ ਗੁਰੂ ਤੋਂ ਡਰਦੇ, ਟੂ ਬੀ ਵੈਰੀ ਫਰੈਂਕ, ਨਾ ਰੱਬ ਤੋਂ ਡਰਦੇ। ਅਸੀਂ ਲੋਕਾਂ ਤੋਂ ਤਾਂ ਜ਼ਰੂਰ ਡਰਦੇ। ਜਦੋਂ ਮਾੜੇ ਕੰਮ ਕਰਨੇ ਹੁੰਦੇ ਨੇ, ਫਿਰ ਦੇਖਦੇ ਕੋਈ ਵੇਖ ਤੇ ਨਹੀਂ ਰਿਹਾ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛੁਪਾਵੇ। ਬਣ ਕੇ ਹੱਟ ਪਟਨ ਬਾਜ਼ਾਰ ਭੰਨੇ, ਕਰ ਚੋਰੀ ਕਰ ਆਵੇ। ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛੁਪਾਵੇ। ਅੱਗੋਂ ਵੇਖ ਰਿਹਾ ਕੋਈ ਆ ਤੇ ਨਹੀਂ ਰਿਹਾ, ਪਿੱਛੋਂ ਵੇਖ ਰਿਹਾ ਕੋਈ ਵੇਖ ਤੇ ਨਹੀਂ ਰਿਹਾ, ਉਂਝ ਚੋਰੀ ਕਰ ਰਿਹਾ। ਇਸ ਲਈ ਰੱਬੀ ਡਰ 'ਚ ਰਹਿਣਾ ਵੀ ਰੱਬ ਮੈਨੂੰ ਵੇਖ ਰਿਹਾ ਹੈ, ਰੱਬ ਨੇ ਮੇਰੇ ਕਰਮਾਂ ਦਾ ਫਲ ਮੈਨੂੰ ਦੇਣਾ ਹੈ। ਰੱਬੀ ਡਰ 'ਚ ਰਹਿਣਾ ਅਤੇ ਮਿਹਨਤ ਕਰਨੀ ਹੈ। ਰੱਬੀ ਡਰ ਦੀ ਖੁੰਭ ਚੜ੍ਹਾਉਣੀ ਹੈ ਅਤੇ ਮਿਹਨਤ ਦੀ ਪਾਹ ਲਾਉਣੀ ਹੈ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਜੇ ਮਨੁੱਖ ਭਗਤੀ ਨਾਲ ਆਪਣੇ ਮਨ ਨੂੰ ਰੰਗ ਲਵੇ ਨਾ, ਰਪੈ ਰੰਗ ਲੈਣਾ। ਜੇ ਕੋਈ ਮਨੁੱਖ ਆਪਣੇ ਮਨ ਨੂੰ ਭਗਤੀ ਨਾਲ ਰੰਗ ਲਵੇ, ਕੂੜੈ ਸੋਏ ਨਾ ਕੋਏ, ਫਿਰ ਕੂੜ ਦੀ ਤਾਂ ਉਹਨੂੰ ਖਬਰ ਹੀ ਨਹੀਂ ਪਹੁੰਚਦੀ, ਕੂੜ ਦਾ ਉਸ 'ਤੇ ਕੋਈ ਅਸਰ ਹੀ ਨਹੀਂ ਹੁੰਦਾ, ਕਿਉਂਕਿ ਉਹਨੇ ਆਪਣੇ ਮਨ ਨੂੰ ਭਗਤੀ ਨਾਲ ਰੰਗ ਲਿਆ ਹੈ। ਹੁਣ ਕੂੜ ਦਾ ਕੋਈ ਅਸਰ ਨਹੀਂ ਉਸ 'ਤੇ ਹੁੰਦਾ।
ਮਹਿਲਾ ਪਹਿਲਾ। ਲਾਭ ਪਾਪ ਦੋਏ ਰਾਜਾ ਮਹਿਤਾ, ਕੂੜ ਹੁਆ ਸਿਕਦਾਰ। ਕਾਮ ਨੇਵ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ, ਇਹਨੂੰ ਰਈਅਤ ਪੜ੍ਹਨਾ। ਇਹ ਫਾਰਸੀ ਦਾ ਸ਼ਬਦ ਹੈ। ਰਈਅਤ ਜਿਹਨੂੰ ਆਪਾਂ ਪ੍ਰਜਾ ਕਹਿੰਦੇ ਹਾਂ, ਹਿੰਦੀ ਕਹਿੰਦੇ ਪ੍ਰਜਾ, ਪੰਜਾਬੀ ਕਹਿੰਦੇ ਪ੍ਰਜਾ, ਫਾਰਸੀ ਕਹਿੰਦੇ ਰਈਅਤ। ਰਾਰਾ ਈੜੀ ਨੂੰ ਬਿਹਾਰੀ, ਆੜਾ ਤੱਤਾ ਰਈਅਤ। ਅੰਧੀ ਰਈਅਤ ਗਿਆਨ ਵਿਹੂਣੀ। ਭਾ, ਇਹਨੂੰ ਭਾਹੇ ਨਹੀਂ ਪੜ੍ਹਨਾ। ਭਾ ਹੁੰਦੀ ਹੈ ਅੱਗ, ਅੱਗ ਹੈ ਨਾਉਨ। ਜੇ ਸ਼ਬਦ ਨਾਉਨ ਹੋਵੇ, ਹਾਹੇ ਨੂੰ ਸਿਆਰੀ ਨਹੀਂ ਬੋਲਦੀ। ਹਾਹੇ ਨੂੰ ਸਿਆਰੀ ਜਾਂ ਔਂਕੜ ਉਦੋਂ ਬੋਲਦੇ ਨੇ ਜਦੋਂ ਸ਼ਬਦ ਕਿਰਿਆ ਹੋਵੇ, ਤੇ ਭਾ ਕਿਰਿਆ ਨਹੀਂ ਹੈ। ਭਾ ਅੱਗ ਹੁੰਦੀ ਹੈ, ਨਾਉਨ ਇਹ। ਇਸ ਲਈ ਇਹਨੂੰ ਭਾਹੇ ਨਹੀਂ ਪੜ੍ਹਨਾ, ਇਹਨੂੰ ਭਾਹੇ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਹੈ ਭਾ। ਜਿਵੇਂ ਕਈ ਕਹਿਣਗੇ ਬਾਹੇ ਜਿਨ੍ਹਾਂ ਦੀ ਪਕੜੀ ਹੈ, ਬਾਹੇ ਨਹੀਂ ਬਾਂਹ ਸ਼ਬਦ ਹੈ, ਬਾਂਹ। ਬਾਂਹ ਜਿਨ੍ਹਾਂ ਦੀ ਪਕੜੀ ਹੈ। ਰਿਵਾਜ਼ ਹੋ ਗਏ, ਇੱਕ ਨੇ ਬੋਲਤਾ ਬਾਹੇ ਜਿਨ੍ਹਾਂ ਦੀ ਪਕੜੀ, ਦੂਜੇ ਕਹੇ ਬਾਹੇ ਜਿਨ੍ਹਾਂ ਪਰ, ਤੀਜਾ ਵੀ। ਉਹ ਵਿਚਾਰ ਹੀ ਨਹੀਂ ਕਰਦੇ ਵੀ ਬਾਹੇ ਨਹੀਂ ਹੈ, ਬਾਂਹ ਨਾਉਨ ਹੈ। ਅਤੇ ਜਦੋਂ ਨਾਉਨ ਹੋਵੇ, ਹਾਹੇ ਨੂੰ ਸਿਆਰੀ ਨਹੀਂ ਬੋਲਦੀ, ਹੋ ਗਿਆ ਬਾਂਹ। ਇਸ ਤਰ੍ਹਾਂ ਇਹ ਭਾਹੇ ਨਹੀਂ ਹੈ। ਭਾ ਅੱਗ ਹੈ, ਅੱਗ ਨਾਉਨ ਹੈ, ਨਾਮ ਹੈ। ਇਸ ਲਈ ਹਾਹੇ ਨੂੰ ਸਿਆਰੀ ਨਹੀਂ ਬੋਲੇਗੀ ਭਾ। ਇਸ ਲਈ ਵਿਆਕਰਨ ਆਉਣਾ ਜ਼ਰੂਰੀ ਹੈ। ਜੇ ਵਿਆਕਰਨ ਨਹੀਂ ਆਉਂਦੀ, ਬਾਣੀ ਸ਼ੁੱਧ ਹੋ ਹੀ ਨਹੀਂ ਸਕਦੀ। ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ, ਜਿੰਨਾ ਮਰਜ਼ੀ ਪਿਆ ਕੋਈ ਜ਼ੋਰ ਲਾਵੇ, ਬਾਣੀ ਸ਼ੁੱਧ ਨਹੀਂ ਹੋ ਸਕਦੀ ਜਿੰਨਾ ਚਿਰ ਉਸ ਨੂੰ ਬਾਣੀ ਦੀ ਵਿਆਕਰਨ ਹੀ ਨਹੀਂ ਆਉਂਦੀ। ਵਿਆਕਰਨ ਆਵੇਗੀ ਤਾਂ ਬਾਣੀ ਜਾ ਕੇ ਸ਼ੁੱਧ ਹੋਵੇਗੀ। ਅੰਧੀ ਰਈਅਤ ਗਿਆਨ ਵਿਹੂਣੀ, ਭਾ ਭਰੇ ਮੁਰਦਾਰ। ਗਿਆਨੀ ਨਚੇ ਵਾਜੇ ਵਾਵੇਂ, ਰੂਪ ਕਰੇ ਸ਼ਿੰਗਾਰ। ਉੱਚੇ ਕੂਕੇ, ਪੰਜਾਬੀ ਦਾ ਸ਼ਬਦ ਉੱਚੇ। ਜੇ ਊੜੇ ਨੂੰ ਔਂਕੜ ਹੁੰਦਾ, ਫਿਰ ਆਪਾਂ ਪੜ੍ਹਦੇ ਉੱਚੇ। ਇਹ ਊੜੇ ਨੂੰ ਦਲੈਂਕੜ ਹੈ। ਇਹ ਹੋ ਗਿਆ ਹਿੰਦੀ ਦਾ ਸ਼ਬਦ ਉੱਚੇ। ਉੱਚੇ ਕੂਕੇ ਨਹੀਂ, ਉੱਚੇ ਕੂਕੇ। ਵਾਦਾਂ ਗਾਵੇਂ ਜੋਧਾਂ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ, ਸੰਜੈ ਕਰਹਿ ਪਿਆਰ। ਧਰਮੀ ਧਰਮ ਕਰਹਿ ਗਾਵਾਵੇਂ, ਮੰਗੈ ਮੋਖ ਦੁਆਰ। ਜਤੀ ਸਦਾਵੇਂ ਜੁਗਤ ਨ ਜਾਣੇ, ਛੱਡ ਬਹਿ ਘਰ ਬਾਰ। ਸਭ ਕੋ ਪੂਰਾ ਆਪੇ ਹੋਵੇ, ਘਟ ਨ ਕੋਈ ਆਖੈ। ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਪੈ। ਇੱਕ ਵਾਰੀ ਫਿਰ ਇਹ ਸ਼ਬਦ ਸੁਣ ਲਓ ਤਾਂ ਜੇ ਸਾਡਾ ਪਾਠ ਸ਼ੁੱਧ ਹੋ ਜਾਏ। ਮਹਿਲਾ ਪਹਿਲਾ। ਲਾਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਕਾਮ ਨੇਵ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਹੁਣ ਦੇਖੋ, ਜੇ ਵਿਆਕਰਨ ਨਹੀਂ ਆਉਂਦੀ ਪੜ੍ਹ ਕਦੋਂ ਉਹ ਕਹੂਗਾ ਬਹੇ ਬਹੇ ਕਰੇ ਵਿਚਾਰ। ਬੱਚਾ ਪੜ੍ਹਦੇ ਹੋ ਬਹੇ ਬਹੇ, ਵੀ ਬੱਬਾ ਹਾਇਰ ਸੈਰੀ ਦੇ ਬਹੇ ਹੁੰਦਾ ਕਿ ਨਹੀਂ? ਬੱਬਾ ਹਾਇਰ ਸੈਰੀ ਕਹਿੰਦਾ ਬਹੇ। ਹੁਣ ਜੇ ਵਿਆਕਰਨ ਨਹੀਂ ਆਉਂਦੇ, ਉਹ ਪੜੂਗਾ ਬਹੇ ਬਹੇ ਕਰੇ ਵਿਚਾਰ। ਨਹੀਂ, ਹਾਹੇ ਤੋਂ ਪਹਿਲਾ ਅੱਖਰ ਬੱਬਾ ਮੁਕਤਾ ਹੈ। ਬੋਲਣ ਵੇਲੇ ਮੁਖ ਤੇ ਅੱਖਰ ਤੇ ਦੁਲਾਵਾਂ ਲੱਗ ਜਾਣੇ, ਬੱਬੇ ਨੂੰ ਦੁਲਾਵਾਂ ਲੱਗ ਗਈਆਂ। ਹਾਹੇ ਨੂੰ ਸਿਆਰੀ ਆਪਣੇ ਆਪ ਖਤਮ ਹੋ ਗਈ, ਬੱਬੇ ਨੂੰ ਦੁਲਾਵਾਂ। ਹਾਹਾ ਕੀ ਹੋ ਗਿਆ? ਬਹਿ। ਤਾਂ ਪਾਠ ਸ਼ੁੱਧ ਹੋਏਗਾ। ਨਹੀਂ ਤੈਨੂੰ ਅਗਲਾ ਪੜ੍ਹਦੇ ਬਹੇ ਬਹੇ। ਕਾਮ ਨੇਵ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ। ਹੁਣ ਜੇ ਫਾਰਸੀ ਨਹੀਂ ਆਉਂਦੀ ਤਾਂ ਇਹਦਾ ਉਚਾਰਨ ਕਰਨਾ ਹੀ ਔਖਾ ਹੋਏਗਾ ਵੀ।
ਪਿਰਾਰਾ ਯਈਆ ਤੱਤੇ ਅਨੁਸਾਰੀ ਕੀ ਹੋ ਗਿਆ। ਫਾਰਸੀ 'ਚ ਦਾ ਉਚਾਰਨ ਹੈ ਰਈਅਤ। ਅੰਧੀ ਰਈਅਤ ਗਿਆਨ ਵਿਹੂਣੀ, ਪਾ ਭਰੇ ਮੁਰਦਾਰ। ਇਸ ਨੂੰ ਭਾਹੇ ਨਹੀਂ ਪੜ੍ਹਨਾ, ਪਾ ਮੈਨੇ ਅੱਗ। ਤਾਂ ਮੈਂ ਦੁਬਾਰਾ ਪੜ੍ਹ ਰਿਹਾ, ਕੁਝ ਐਸੇ ਸ਼ਬਦ ਨੇ ਜਿਹੜੇ ਕਿ ਆਮ ਲੋਕ ਗਲਤ ਪੜ੍ਹਦੇ ਨੇ, ਤੁਸੀਂ ਅੱਗੇ ਤੋਂ ਖਿਆਲ ਰੱਖਣਾ। ਜਿਹੜੀ ਹਾਹੇ ਨੂੰ ਸਿਹਾਰੀ ਜਾਂ ਹਾਹੇ ਨੂੰ ਔਂਕੜ ਹੈ, ਇਹ ਸਿਰਫ ਉਦੋਂ ਬੋਲਦੇ ਨੇ ਜਦੋਂ ਸ਼ਬਦ ਕਿਰਿਆ ਹੋਵੇ। ਜੇ ਸ਼ਬਦ ਨਾਊਨ ਹੈ ਜਾਂ ਪ੍ਰਨਾਊਨ ਹੈ ਜਾਂ ਐਡਜੈਕਟਿਵ ਹੈ, ਨਾਮ ਹੈ ਜਾਂ ਪੜਨਾਮ ਹੈ ਜਾਂ ਵਿਸ਼ੇਸ਼ਣ ਹੈ, ਤਾਂ ਹਾਹੇ ਨੂੰ ਲੱਗਿਆ ਹੋਇਆ ਔਂਕੜ ਅਤੇ ਹਾਹੇ ਨੂੰ ਲੱਗੀ ਹੋਈ ਸਿਹਾਰੀ ਨਹੀਂ ਬੋਲਦੇ, ਫਿਰ ਨਹੀਂ ਬੋਲਦੇ। ਇਸ ਲਈ ਹੁਣ ਬੋਲਣਾ ਹੈ ਪਾ ਅੱਗ। ਅੱਗ ਨੂੰ ਪੰਜਾਬੀ ਵਿੱਚ ਪੁੱਛੋ ਕੀ ਹੈ, ਉਹ ਕਹੂਗਾ ਜੀ ਨਾਮ ਹੈ। ਇਹ ਕੀ ਹੈ? ਨਾਮ। ਪਾ ਭਰੇ ਮੁਰਦਾਰ। ਗਿਆਨੀ ਨਚੇ। ਗਿਆਨੀ ਅਤੇ ਬਹੁਵਚਨ ਹੈ। ਗਿਆਨੀ ਇੱਕ ਵਚਨ ਵੀ ਹੁੰਦਾ, ਇਹ ਬੰਦਾ ਗਿਆਨੀ ਹੈ, ਅਤੇ ਗਿਆਨੀ ਬਹੁਵਚਨ ਵੀ ਹੁੰਦਾ। ਬਹੁਵਚਨ ਹੋਣ ਕਰਕੇ ਨੰਨਾ ਚੱਚਾ ਹਾਹੇ ਨੂੰ ਸਿਹਾਰੀ ਲੱਗੀ ਹੋਈ। ਜੇ ਗਿਆਨੀ ਇੱਕ ਵਚਨ ਹੁੰਦਾ ਫਿਰ ਪਤਾ ਕੀ ਸਪੈਲਿੰਗ ਹੁੰਦੇ? ਨੰਨਾ ਚੱਚੇ ਨੂੰ ਦਲਾਵਾਂ, ਬਸ ਇੰਨੇ ਹੋਣੇ ਸੀ। ਨੱਚਾ, ਗਿਆਨੀ ਨੱਚਦਾ ਹੈ। ਇੱਥੇ ਗਿਆਨੀ ਬਹੁਵਚਨ ਹੈ, ਇਸ ਲਈ ਨੱਚੇ ਨੱਚਦੇ ਹਨ। ਗਿਆਨੀ ਨੱਚੇ। ਵਾਜੇ ਵਾਵੇ, ਵਾਜੇ ਬਹੁਵਚਨ ਨੇ। ਵਾਜਾ ਇੱਕ ਵਚਨ ਹੁੰਦਾ, ਵਾਜੇ ਬਹੁਵਚਨ ਨੇ, ਇਸ ਲਈ ਵਾਵੇ ਵਜਾਉਂਦੇ ਹਨ। ਰੂਪ ਕਰੇ ਸ਼ਿੰਗਾਰ। ਰੂਪ ਜਿਹੜਾ ਹੈ, ਜੇ ਪੱਪੇ ਨੂੰ ਔਂਕੜ ਹੁੰਦਾ ਤਾਂ ਰੂਪ ਇੱਕ ਵਚਨ ਹੋ ਜਾਣਾ ਸੀ। ਪੱਪੇ ਨੂੰ ਔਂਕੜ ਨਹੀਂ, ਰੂਪ ਬਹੁਵਚਨ, ਇਸ ਲਈ ਕਰੇ। ਰੂਪ ਕਰੇ ਸ਼ਿੰਗਾਰ। ਸਿਗਾਰ ਨਹੀਂ ਹੁੰਦਾ, ਉਹ ਸਿਗਰਟ ਹੁੰਦੀ ਹੈ ਅੰਗਰੇਜ਼ੀ 'ਚ। ਇਹ ਹੈ ਸ਼ਿੰਗਾਰ, ਜਿਹਨੂੰ ਪੰਜਾਬੀ ਕਹਿੰਦੇ ਸ਼ਿੰਗਾਰ। ਪੰਜਾਬੀ ਸੱਸੇ ਨੂੰ ਸਿਹਾਰੀ ਪਾਈ ਹੁੰਦੀ ਹੈ, ਹਿੰਦੀ ਬਿਹਾਰੀ ਹੁੰਦੀ ਹੈ। ਸ਼ਿੰਗਾਰ। ਅੱਗੇ ਉੱਚੇ ਨਹੀਂ ਪੜ੍ਹਨਾ। ਊੜੇ ਨੂੰ ਔਂਕੜ ਹੁੰਦਾ, ਫਿਰ ਪੜ੍ਹਦੇ ਉੱਚੇ, ਉਹ ਪੰਜਾਬੀ ਹੋਣੀ ਸੀ। ਹੁਣ ਊੜੇ ਨੂੰ ਦਲੈਂਕਣ ਲੱਗ ਗਏ, ਇਹ ਹੋ ਗਈ ਹਿੰਦੀ। ਇਹਨੂੰ ਪੜ੍ਹਨਾ ਉੱਚੇ, ਉੱਚਾ, ਉੱਚੇ। ਉੱਚੇ ਕੂਕੇ ਵਾਦਾਂ ਗਾਵੇਂ, ਜੋਧਾਂ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ, ਸੰਜੈ ਕਰਹਿ ਪਿਆਰ। ਧਰਮੀ ਧਰਮ ਕਰਹਿ ਗਾਵਾ ਮੈਂ, ਮੰਗੇ ਮੋਖ ਦੁਆਰ। ਜਤੀ ਸਦਾਵੇਂ ਜੁਗਤ ਨ ਜਾਣੇ, ਛੱਡ ਬਹੇ ਘਰ ਬਾਰ। ਸਭ ਕੋ ਪੂਰਾ ਆਪੇ ਹੋਵੇ, ਘਟ ਨ ਕੋਈ ਆਖੈ। ਪਤ ਪਰਵਾਣਾ ਪਿਛੈ ਪਾਈਏ, ਤਾਂ ਨਾਨਕ ਤੋਲਿਆ ਜਾਪੈ। ਸਮਾਂ ਹੋ ਗਿਆ। ਅਰਥ ਆਪਾਂ ਇਸ ਸ਼ਬਦ ਦੇ ਕੱਲ੍ਹ ਨੂੰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।